मैं अपने सिस्टर नीतू जी का भी वेलकम करदी हाँ। बहुत बहुत तुहाडा धन्नवाद करदी, तुसीं एक बार फिर साडे नाल ज्वाइन होण लगे हैं। असीं बहुत उस दिन भी बहुत बरकत पाई ते बहुत खुश होए। सारे जणियां ने बहुत सानू फोन कीते, सारियां ने दस्सिया कि असीं बहुत ब्लैस होए हैं। ते जरूर सिस्टर नू कहो भी साडे नाल जरूर हाजिर होवो। तुहाडा बहुत धन्नवाद करदे हां। थैंक यू, तुहानू वेलकम करदे हां यसू मसीह दे विच जी आखदे हां तुहानू खुदा दा। थैंक यू ते आपां भैणो सैटल हो गईयां, आपां फिर शुरू करिए। हाँ जी, हाँ जी। ਤੁਸੀਂ ਤੁਹਾਨੂੰ ਸਾਰਾ ਅਸੀਂ ਸਾਰਾ ਅੱਜ ਦਾ ਦਿਨ ਜਿਹੜਾ ਨਾ ਸਾਰਾ ਤੁਹਾਡੇ ਹਵਾਲੇ ਕਰਦੇ, ਜੋ ਵੀ ਟਾਈਮ ਹੈ ਤੁਸੀਂ ਖੁੱਲੇ ਦਿਲ ਨਾਲ ਜਿੱਦਾਂ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਖੁਦਾ ਤੁਹਾਡੇ ਦਿਲ ਵਿੱਚ ਪਾਇਆ ਤੁਸੀਂ ਸ਼ੇਅਰ ਕਰ ਸਕਦੇ ਹੋ। ਥੈਂਕ ਯੂ, ਖੁਦਾ ਤੁਹਾਨੂੰ ਬਰਕਤ ਦੇਵੇ। ਟ੍ਰਾਂਸਲੇਟ ਦੀ ਲੋੜ ਹੈ ਸਿਸਟਰ ਸੰਤੋਸ਼, ਤੁਸੀਂ ਦੱਸੋ ਤੁਸੀਂ ਟ੍ਰਾਂਸਲੇਟ ਕਰਨੀ ਜਾਂ ਪੁੱਛ ਲਓ ਜੇ ਕਿਸੇ ਨੂੰ ਲੋੜ ਆ। ਜੇ ਡਾਕਟਰ ਨੀਤੂ ਉਹਦਾ ਤਾਂ ਹਰ ਲੈਂਗੁਏਜ 'ਚ ਐਕਸਪਰਟ ਹੈ। ठीक है, ट्रांसलेशन तो उदा ही करे, बेटर है। ठीक है, ट्रांसलेट तो बिना ठीक है। हाँ बिना ठीक है, बिकॉज़ फिर टाइम कितने हो जाता है। हाँ जी, सारे ਅਸੀਂ ਦੇਸੀ ਬੰਦੇ ਹੀ ਆ। हो देसी या करंट समझ ਪੈਂਦੀ ਹੈ ਨਾ। ਠੀਕ ਹੈ ਜੀ, ਓਕੇ ਜੀ ਸਿਸਟਰ, ਸਾਰਾ ਟਾਈਮ ਅਸੀਂ ਤੁਹਾਨੂੰ ਦਿੰਨੇ ਆ। ਖੁਦਾ ਤੁਹਾਨੂੰ ਬਰਕਤ ਦੇਵੇ। ਠੀਕ ਹੈ ਜੀ, ਪਰਮੇਸ਼ਵਰ ਦਾ ਸ਼ੁਕਰ ਕਰਦੇ ਆ ਇੱਕ ਵਾਰੀ ਫੇਰ ਕਿ ਖੁਦਾਵੰਦ ਨੇ ਸਾਨੂੰ ਇਹ ਮੌਕਾ ਦਿੱਤਾ। ਸਿਸਟਰ ਰਜ਼ੀਆ ਜੀ ਤੁਹਾਡਾ, ਸੰਤੋਸ਼ ਭੈਣ ਜੀ ਤੁਹਾਡਾ, ਬਾਕੀ ਸਾਰੀਆਂ ਭੈਣਾਂ ਦਾ ਵੀ ਬਹੁਤ ਬਹੁਤ ਸ਼ੁਕਰ ਅਦਾ ਕਰਦੇ ਹਾਂ ਕਿ ਖੁਦਾਵੰਦ ਦੇ ਨਾਮ ਦੇ ਵਿੱਚ ਅੱਜ ਫੇਰ ਅਸੀਂ ਇਕੱਠਾ ਹੋ ਸਕੇ। ਮੈਂ ਅੱਜ ਜਲਦੀ ਹੁਣ ਉਸ ਮੁੱਦੇ ਤੇ ਆਵਾਂਗੀ ਕਿ ਅਸੀਂ ਕਿਹੜੀ ਚੀਜ਼ ਸਿੱਖਣਾ ਚਾਹੁੰਦੇ ਹਾਂ ਅੱਜ। ਦੇਖੋ ਯੂਜੂਅਲੀ ਕੀ ਹੁੰਦਾ ਕਿ ਸਾਨੂੰ ਭੈਣਾਂ ਨੂੰ ਆਦਤ ਹੁੰਦੀ ਹੈ, ਔਰਤਾਂ ਨੂੰ ਜੇ ਦੇਖਿਆ ਜਾਵੇ ਤੇ ਆਦਤ ਹੁੰਦੀ ਹੈ ਚੀਜ਼ਾਂ ਲੁਕਾਉਣ ਦੀ। ਜੇ ਮੰਨ ਲਓ ਬੱਚਿਆਂ ਦੇ ਕੋਲੋਂ ਲੁਕਾਉਣੀ ਹੋਏ ਤੇ ਬੱਚਿਆਂ ਨੇ ਕੈਂਡੀਜ਼ ਜਾਂ ਕੁਕੀਜ਼ ਖਤਮ ਕਰ ਦੇਣੀਆਂ ਹੁੰਦੀਆਂ ਤੇ ਸਾਨੂੰ ਲੱਗਦਾ ਕਿ ਅੱਛਾ ਬਾਕੀ ਅਸੀਂ ਥੋੜੀ ਜਿਹੀ ਕੱਢ ਕੇ ਤੇ ਬਾਕੀ ਦੀ ਲੁਕੋ ਲਈਏ। ਜਾਂ ਫਿਰ ਜੇ ਪੈਸੇ ਦੀ ਗੱਲ ਕੀਤੀ ਜਾਵੇ ਜਾਂ ਡੌਲ ਕੀਤੀ ਜਾਵੇ, ਜਦੋਂ ਕੋਈ ਵੀ ਪੈਸੇ ਫੜਾਏ ਜਾਂਦੇ ਨੇ ਤੇ ਲੇਡੀਜ਼ ਦੀ ਯੂਜੂਅਲੀ ਆਦਤ ਹੁੰਦੀ ਹੈ ਕਿ ਬਚਾ ਲੈਂਦੀਆਂ ਨੇ, ਲੁਕੋ ਲੈਂਦੀਆਂ ਨੇ। ਤੇ ਹਰ ਚੀਜ਼ ਦੇ ਵਿੱਚ ਔਰਤ ਦੀ ਇਹ ਮੈਨੂੰ ਲੱਗਦਾ ਇੱਕ ਨੇਚਰ ਹੁੰਦੀ ਹੈ ਕਿ ਆਪਾਂ ਚੀਜ਼ਾਂ ਨੂੰ ਲੁਕਾਉਣਾ ਜਾਣਦੇ ਹਾਂ। ਕਈ ਵਾਰੀ ਬੱਚਿਆਂ ਦੀਆਂ ਗਲਤੀਆਂ ਨੂੰ ਵੀ ਲੁਕਾਉਣਾ, ਕਿ ਡੈਡੀ ਕੋਲੋਂ ਕੁੱਟਣਾ ਪੈ ਜਾਵੇ ਜਾਂ ਉਹਨਾਂ ਨੂੰ ਡਾਂਟਣਾ ਪੈ ਜਾਵੇ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਲੁਕੋ ਲਈਦਾ। ਕਈ ਵਾਰੀ ਅਸੀਂ ਆਪਣੇ ਇਮੋਸ਼ਨਸ ਨੂੰ ਵੀ ਲੁਕੋ ਲਈਦਾ। ਅੱਜ ਅਸੀਂ ਦੋ ਅਜਿਹੇ ਲੋਕਾਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਚੀਜ਼ਾਂ ਲੁਕੋਈਆਂ। ਇੱਕ ਦੀ ਲਾਈਫ ਦੇ ਵਿੱਚ ਲੁਕਾਉਣਾ ਜਿਹੜਾ ਸੀ ਉਹ ਬਰਕਤ ਦਾ ਕਾਰਨ ਹੋ ਗਿਆ, ਤੇ ਇੱਕ ਜਗ੍ਹਾ ਉਸ ਬੰਦੇ ਦੇ ਲੁਕਾਉਣ ਦੇ ਨਾਲ ਪੂਰੀ ਦੀ ਪੂਰੀ ਨੇਸ਼ਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹਨੇ ਆਪਣੀ ਆਉਣ ਵਾਲੀਆਂ ਪੁਸ਼ਤਾਂ ਦੀ ਵੀ ਜ਼ਿੰਦਗੀ ਖਰਾਬ ਕਰ ਦਿੱਤੀ। ਹੁਣ ਹੈ ਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਅਕਾਨ ਦੇ ਬਾਰੇ, ਤੇ ਅਸੀਂ ਗੱਲ ਕਰਨ ਜਾ ਰਹੇ ਰਹਾਬ ਦੇ ਬਾਰੇ। ਜਦ ਕਿ ਦੇਖਿਆ ਜਾਵੇ ਤੇ ਅਕਾਨ ਦੀ ਕਹਾਣੀ ਤੇ ਰਹਾਬ ਦੀ ਕਹਾਣੀ ਆਲਮੋਸਟ ਸੇਮ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਹੈ ਉਹ ਅਕਰ ਕਰਦੀ ਹੈ, ਤੇ ਨਾਲ ਹੀ ਨਾਲ ਇਹ ਉਹ ਜਗ੍ਹਾ ਹੈ ਜਿਹੜੀ ਕਿ ਸੇਮ ਜਗ੍ਹਾ ਦੇ ਵਿੱਚ ਦੋਹਾਂ ਦੀ ਕਹਾਣੀ ਅਕਰ ਕਰਦੀ ਹੈ। ਸੋ ਦੋਹਾਂ ਦੀ ਕਹਾਣੀ ਦੇ ਵਿੱਚ ਪਰ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਨੇ ਕੀ ਕੀਤਾ, ਇੱਕ ਨੇ ਚੀਜ਼ਾਂ ਲੁਕਾਉਣ ਦੇ ਕਰਕੇ, ਇੱਕ ਨੇ ਕੰਮਾਂ ਨੂੰ ਲੁਕਾਉਣ ਦੇ ਕਰਕੇ, ਇੱਕ ਨੇ ਲੋਕਾਂ ਨੂੰ ਲੁਕਾਉਣ ਦੇ ਕਰਕੇ ਆਪਣੀ ਆਉਣ ਵਾਲੀ ਪੀੜ੍ਹੀਆਂ ਦੀ ਜ਼ਿੰਦਗੀ ਸਵਾਰਤੀ। ਪਰ ਦੂਜੇ ਪੱਖ ਤੇ ਦੇਖਿਆ ਜਾਵੇ ਤੇ ਉਸ ਬੰਦੇ ਨੂੰ ਜਿਹੜਾ ਕਿ ਦੇਖਣ 'ਚ ਸੋਲਜਰ ਲੱਗਦਾ ਸੀ, ਜਿਹੜਾ ਕਿ ਇੱਕ ਯੋਧਾ ਸੀ, ਉਸ ਬੰਦੇ ਨੇ ਸਾਰੀ ਦੀ ਸਾਰੀ ਚੀਜ਼ ਜਿਹੜੀ ਉਹ ਖਰਾਬ ਕਰ ਦਿੱਤੀ। ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਦੋਹਾਂ ਸਟੋਰੀਜ਼ ਨੂੰ ਦੇਖਾਂਗੇ। ਮੇਰੇ ਨਾਲ ਤੁਸੀਂ ਪਲੀਜ਼ ਕੱਢ ਲਓ ਯਹੋਸ਼ੂ ਦੀ ਕਿਤਾਬ, ਉਹਦਾ 7ਵਾਂ ਚੈਪਟਰ। ਯਹੋਸ਼ੂ ਦੀ ਕਿਤਾਬ ਉਹਦਾ 7ਵਾਂ ਚੈਪਟਰ। ਇੱਥੇ ਅਸੀਂ ਪਹਿਲੀ ਆਇਤ ਤੋਂ ਜਦੋਂ ਪੜ੍ਹਦੇ ਹਾਂ ਤੇ ਅਸੀਂ ਦੇਖਦੇ ਹਾਂ, ਮੈਂ ਹਿੰਦੀ 'ਚ ਪੜ੍ਹ ਰਹੀ ਹਾਂ ਬਿਕਾਜ਼ ਮੇਰੇ ਕੋਲ ਹਿੰਦੀ ਦੀ ਬਾइबल है। इथे लिखिए, परंतु इजराइलियों ने अर्पण की वस्तु के विषय में विश्वासघात किया, अर्थात यहूदा गोत्र का आकान जो जहर वंशी जब्दी का पोता और कर्मी का पुत्र था, उसने अर्पण की हुई वस्तुओं में से कुछ ले लिया। इस कारण यहोवा का कोप इजराइलियों पर भड़क उठा। ਅਸੀਂ ਇੱਥੇ ਦੇਖਦੇ ਹਾਂ ਇਸ ਤੋਂ ਪਹਿਲਾਂ ਪਰਮੇਸ਼ਵਰ ਦੀ ਬੜੀ ਵੱਡੀਆਂ ਯੋਜਨਾਵਾਂ ਤੇ ਬੜੇ ਵੱਡੇ ਵੱਡੇ ਕੰਮ ਜਿਹੜੇ ਨੇ ਇਜ਼ਰਾਈਲੀ ਆਪਣੀ ਲਾਈਫ ਦੇ ਵਿੱਚ ਦੇਖਦੇ ਨੇ। ਜਿਹੜੀਆਂ ਚੀਜ਼ਾਂ ਉਹਨਾਂ ਦੇ ਲਈ ਇੰਪੋਸੀਬਲ ਸੀ ਉਹ ਪੋਸੀਬਲ ਹੋ ਜਾਂਦੀਆਂ ਨੇ। ਪਰ ਇੱਥੇ ਆ ਕੇ ਪਰਮੇਸ਼ਵਰ ਕਹਿੰਦੇ ਨੇ ਕਿ ਇਜ਼ਰਾਈਲੀਆਂ ਨੇ ਯਹੋਵਾ ਪਰਮੇਸ਼ਵਰ ਦੇ ਵਿਰੋਧ ਦੇ ਵਿੱਚ ਪਾਪ ਕੀਤਾ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਉਹ ਇਹ ਹੈ ਕਿ ਇੱਕ ਬੰਦੇ ਨੇ ਪਾਪ ਕੀਤਾ, ਪਰ ਉਹ ਪਾਪ ਸਾਰੇ ਦੇ ਸਾਰੇ ਇਜ਼ਰਾਈਲ ਕੌਮ ਵਾਸਤੇ, ਇੱਕ ਬੰਦੇ ਨੇ ਗਲਤੀ ਕੀਤੀ, ਇੱਕ ਬੰਦੇ ਨੇ ਪਾਪ ਕਰਕੇ ਉਸ ਪਾਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਉਸ ਦੀ ਵਜ੍ਹਾ ਨਾਲ ਪਰਮੇਸ਼ਵਰ ਕਹਿੰਦੇ ਇਜ਼ਰਾਈਲੀਆਂ ਨੇ ਪ੍ਰਭੂ ਦੇ ਖਿਲਾਫ ਕੰਮ ਕੀਤਾ ਹੈ, ਪ੍ਰਭੂ ਦੇ ਵਿਰੋਧ ਦੇ ਵਿੱਚ ਕੰਮ ਕੀਤਾ ਹੈ। ਕਈ ਵਾਰੀ ਮੇਰੀ ਭੈਣੋ ਮੈਂ ਇਹ ਗੱਲ ਸਮਝਾਉਣਾ ਚਾਹਨੀ ਆ ਕਿ ਇੱਕ ਇਨਸਾਨ ਦੇ ਪਾਪ ਦੀ ਵਜ੍ਹਾ ਨਾਲ ਪੂਰੇ ਦਾ ਪੂਰਾ ਘਰਾਨਾ ਸ਼ਰਾਪ ਦੇ ਨਾਲ ਭਰ ਜਾਂਦਾ।
ਕਈ ਵਾਰੀ ਇੱਕ ਮਨੁੱਖ ਦੇ ਪਾਪ ਦੀ ਵਜ੍ਹਾ ਨਾਲ ਪੂਰੀ ਦੀ ਪੂਰੀ ਕਲੀਸਿਆ ਜਿਹੜੀ ਹੈ ਉਹ ਪਰਮੇਸ਼ਵਰ ਦੀ ਨਜ਼ਰ ਤੋਂ ਉਤਰ ਜਾਂਦੀ ਹੈ। ਇਸ ਕਰਕੇ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਐਸੀ ਕਿਹੜੀ ਗੱਲ ਹੈ ਜਿਹਦੇ ਕਰਕੇ, ਐਸਾ ਕਿਹੜਾ ਪਾਪ ਹੈ ਜਿਹੜਾ ਛੁਪਾਇਆ ਗਿਆ ਹੈ, ਜਿਹਦੇ ਕਰਕੇ ਸ਼ਰਾਪ ਆ ਰਿਹਾ ਹੈ, ਜਿਸ ਦੇ ਕਰਕੇ ਬਿਮਾਰੀ ਆ ਰਹੀ ਹੈ, ਜਿਸ ਦੇ ਕਰਕੇ ਚੀਜ਼ਾਂ ਖਰਾਬ ਹੋ ਰਹੀਆਂ ਨੇ। ਹੋ ਸਕਦਾ ਸਾਰਿਆਂ ਨੇ ਗਲਤੀ ਨਹੀਂ ਕੀਤੀ ਹੋਵੇ, ਪਰ ਸਿਰਫ ਇੱਕੋ ਬੰਦੇ ਦੀ ਗਲਤੀ ਕਰਕੇ ਸਭ ਕੁਝ ਹੋ ਰਿਹਾ ਹੈ। ਤੇ ਇੱਥੇ ਜਦੋਂ ਅਸੀਂ ਦੇਖਦੇ ਹਾਂ, ਇਸ ਤੋਂ ਪਹਿਲਾਂ ਹਰ ਇੱਕ ਲੜਾਈ ਜਿਹੜੀ ਹੈ ਉਹ ਇਜ਼ਰਾਈਲੀ ਜਿੱਤ ਰਹੇ ਸਨ। ਇਸ ਤੋਂ ਪਹਿਲੇ ਦੀ ਜਿਹੜੀ ਆਇਤ ਹੈ, ਜਿਹੜੀ 27ਵੀਂ ਆਇਤ ਚ ਅਸੀਂ ਦੇਖਦੇ ਹਾਂ, ਉੱਥੇ ਲਿਖਿਆ ਹੋਇਆ ਕਿ ਯਹੋਵਾ ਪਰਮੇਸ਼ਵਰ ਯਹੋਸ਼ੂ ਦੇ ਨਾਲ ਸੀ ਤੇ ਇਸ ਕਰਕੇ ਉਹ ਸਾਰੀਆਂ ਲੜਾਈਆਂ ਜਿੱਤਦਾ ਸੀ, ਜਿਸ ਦੇ ਕਰਕੇ ਉਸ ਦੀ ਖਿਆਤੀ, ਜਿਸ ਦੇ ਕਰਕੇ ਉਸ ਦਾ ਫੇਮ ਜਿਹੜਾ ਸੀ ਪੂਰੀ ਦੀ ਪੂਰੀ ਕੰਟਰੀ ਦੇ ਵਿੱਚ ਫੈਲ ਚੁੱਕਾ ਸੀ। ਹੁਣ ਉੱਥੇ ਇਹ ਗੱਲ ਖਤਮ ਹੁੰਦੀ ਹੈ ਤੇ ਅਗਲੀ ਜਿਹੜਾ ਚੈਪਟਰ ਉਹ ਚ ਪਹਿਲੀ ਆਇਤ ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਪਰਮੇਸ਼ਵਰ ਉਹਨਾਂ ਤੋਂ ਨਾਰਾਜ਼ ਸੀ ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀ। ਹਾਲੇਲੂਇਆ। ਕਹਿਣ ਦਾ ਭਾਵ ਕੀ ਹੈ? ਕਹਿਣ ਦਾ ਭਾਵ ਇਹ ਹੈ ਕਿ ਪਰਮੇਸ਼ਵਰ ਦੀ ਹਜ਼ੂਰੀ ਉਸ ਇਨਸਾਨ ਦੇ ਤੰਬੂ ਦੇ ਵਿੱਚ ਬਣੀ ਰਹੇਗੀ, ਉਹਨਾਂ ਲੋਕਾਂ ਦੇ ਤੰਬੂ ਦੇ ਵਿੱਚ ਬਣੀ ਰਹੇਗੀ ਜਿਹੜੇ ਕਿ ਸੈਂਸਿਟਿਵਲੀ ਇਸ ਗੱਲ ਨੂੰ ਜਾਣਦੇ ਨੇ ਕਿ ਉਹਨਾਂ ਨੇ ਜੇ ਪਾਪ ਕੀਤਾ ਵੀ ਹੈ, ਉਸ ਪਾਪ ਤੋਂ ਮਾਫੀ, ਉਸ ਪਾਪ ਤੋਂ ਖਿਮਾ ਮੰਗਣ ਦੀ ਲੋੜ ਹੈ। ਹੁਣ ਯਹੋਸ਼ੂ ਦੇਖਦਾ ਹੈ ਕਿ ਪਹਿਲੀ ਲੜਾਈ ਜਿਹੜੀ ਹੁਣ ਕੀਤੀ ਗਈ ਉਹਦੇ ਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰਨਾ ਪਿਆ, ਬੁਰੀ ਤਰ੍ਹਾਂ ਉਹ ਨੱਸ ਗਏ, ਵਾਪਸ ਆ ਗਏ ਤੇ ਉਹਨਾਂ ਦੇ ਕੁਝ ਲੋਕ ਵੀ ਮਾਰੇ ਗਏ, ਜਦਕਿ ਉਹ ਬੜੇ ਓਵਰ ਕੌਨਫੀਡੈਂਟ ਸੀ ਕਿ ਉਹ ਇਸ ਲੜਾਈ ਨੂੰ ਜਿੱਤ ਜਾਣਗੇ ਤੇ ਭਾਵੇਂ 2-3 ਹਜ਼ਾਰ ਲੋਕਾਂ ਦੇ ਨਾਲ ਹੀ ਜਾ ਕੇ ਜਿੱਤ ਜਾਣਗੇ, ਪਰ ਉਹਨਾਂ ਨੂੰ ਮੂੰਹ ਦਿਖਾਣੀ ਪਈ। ਉਹਨਾਂ ਦੇ ਇੱਥੋਂ ਤੱਕ ਵਚਨ ਚ ਲਿਖਿਆ ਹੈ ਕਿ ਉਹਨਾਂ ਦੇ ਆਪਣੇ ਬੰਦੇ 36 ਬੰਦੇ ਵੀ ਮਾਰ ਗਏ ਇਸ ਦੇ ਕਰਕੇ। ਪਰ ਹੁਣ ਜਦੋਂ ਇੰਨੇ ਬੰਦੇ ਮਰ ਗਏ ਤੇ ਯਹੋਸ਼ੂ ਬੜਾ ਪਰੇਸ਼ਾਨ ਹੋਇਆ। ਯਹੋਸ਼ੂ ਨੂੰ ਸਮਝ ਆਇਆ ਕਿ ਕਿਤੇ ਨਾ ਕਿਤੇ ਤਾਂ ਕੋਈ ਗੜਬੜ ਹੈ ਜਿਹੜੀ ਪਹਿਲਾਂ ਨਹੀਂ ਸੀ। ਇਹਦਾ ਮਤਲਬ ਪਰਮੇਸ਼ਵਰ ਨਾਰਾਜ਼ ਹੋ ਗਏ ਤੇ ਨਾਰਾਜ਼ਗੀ ਕਾਦੀ ਹੈ ਉਸਨੂੰ ਪਤਾ ਨਹੀਂ ਸੀ। ਉਸ ਨਾਰਾਜ਼ਗੀ ਨੂੰ ਪਤਾ ਕਰਨ ਵਾਸਤੇ ਉਹ ਕੀ ਕਰਦਾ ਹੈ, ਉਹ ਜਾ ਕੇ ਉਹ ਬੁਰੀ ਤਰ੍ਹਾਂ ਪਰਮੇਸ਼ਵਰ ਦੇ ਸਾਹਮਣੇ ਡਿਸਟ੍ਰੈਸਫੁਲ ਹਾਲਤ ਦੇ ਵਿੱਚ ਆਪਣੇ ਕੱਪੜੇ ਫਾੜ ਕੇ, ਆਪਣੇ ਸਿਰ ਦੇ ਉੱਤੇ ਰਾਖ ਮਲ ਕੇ, ਐਲਡਰਸ ਨੂੰ ਨਾਲ ਲੈ ਕੇ ਪਰਮੇਸ਼ਵਰ ਦੇ ਸਾਹਮਣੇ ਘੁਟਨਿਆਂ ਦੇ ਬਲ ਡਿੱਗ ਕੇ ਪ੍ਰਭੂ ਕੋਲੋਂ ਪ੍ਰਾਰਥਨਾ ਕਰਨੀ ਸ਼ੁਰੂ ਕਰਦਾ ਹੈ ਕਿ ਪ੍ਰਭੂ ਦੱਸੋ ਕਿ ਗਲਤੀ ਕਿੱਥੇ ਹੋਈ। ਉਹ ਪਰਮੇਸ਼ਵਰ ਦੇ ਸਾਹਮਣੇ ਗੁਹਾਰ ਲਗਾਉਂਦਾ, ਪੂਰਾ ਦਿਨ ਬੈਠਾ ਰਹਿੰਦਾ ਹੈ, ਪੂਰਾ ਦਿਨ ਇਸੇ ਹਾਲਤ ਦੇ ਵਿੱਚ ਰਹਿੰਦਾ ਤਾਂ ਜੋ ਪਰਮੇਸ਼ਵਰ ਦੱਸਣ ਕਿ ਕਿੱਥੇ ਗੜਬੜ ਹੋਈ। ਤੇ ਜਦੋਂ ਸਾਰਾ ਟਾਈਮ ਨਿਕਲ ਜਾਂਦਾ ਹੈ, ਉਸ ਤੋਂ ਬਾਅਦ 10ਵੀਂ ਆਇਤ ਦੱਸਦੀ ਹੈ ਕਿ ਉਸ ਟਾਈਮ ਤੇ ਪਰਮੇਸ਼ਵਰ ਉਸਨੂੰ ਕਹਿੰਦੇ ਨੇ ਕਿ ਉੱਠ ਜਾ, ਤੂੰ ਏਦਾਂ ਦੀ ਹਾਲਤ ਚ ਕਿਉਂ ਬੈਠਾ ਹੋਇਆ, ਤੁਸੀਂ ਲੋਕਾਂ ਨੇ ਮੇਰੇ ਖਿਲਾਫ ਪਾਪ ਕੀਤਾ ਹੈ। ਉਸ ਟਾਈਮ ਵੀ ਪਰਮੇਸ਼ਵਰ ਇਹ ਨਹੀਂ ਕਹਿੰਦੇ ਕਿ ਇੱਕ ਬੰਦੇ ਨੇ ਪਾਪ ਕੀਤਾ, ਪ੍ਰਭੂ ਕਹਿੰਦੇ ਤੁਸੀਂ ਸਾਰਿਆਂ ਨੇ ਪਾਪ ਕੀਤਾ ਹੈ। ਜਿਹੜੇ ਕੰਮ ਤੁਹਾਨੂੰ ਮਨਾ ਕੀਤੇ ਗਏ ਸੀ, ਜਿਹੜੇ ਘ੍ਰਿਣਾ ਦੀਆਂ ਚੀਜ਼ਾਂ ਤੁਹਾਨੂੰ ਮਨਾ ਕੀਤੀਆਂ ਗਈਆਂ ਸੀ, ਜਿਹੜੀਆਂ ਗੱਲਾਂ ਤੋਂ ਮੈਂ ਨਫ਼ਰਤ ਕਰਦਾ ਵਾਂ ਉਹਨਾਂ ਨੂੰ ਮੈਂ ਮਨਾ ਕੀਤਾ ਸੀ, ਪਰ ਫਿਰ ਵੀ ਉਹਨਾਂ ਚੀਜ਼ਾਂ ਚੋਂ ਚੁੱਕ ਕੇ ਆਪਣੇ ਕੋਲ ਚੀਜ਼ਾਂ ਲੁਕੋਈਆਂ ਗਈਆਂ ਨੇ। ਫਾਈਨਲੀ ਪਰਮੇਸ਼ਵਰ ਇਹਨਾਂ ਚੀਜ਼ਾਂ ਨੂੰ ਰਿਵੀਲ ਕਰਦੇ ਨੇ ਤੇ ਜਦੋਂ ਅੱਗੇ ਅਸੀਂ ਪੜ੍ਹਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਯਹੋਸ਼ੂ ਆਕਾਨ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਬੜੇ ਪਿਆਰ ਦੇ ਨਾਲ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਕਿ ਕੀ ਕੀਤਾ। ਤੇ ਇੱਥੇ ਤੁਸੀਂ ਦੇਖੋ 20ਵੀਂ ਆਇਤ ਦੇ ਵਿੱਚ 7:20 ਦੇ ਵਿੱਚ ਆਕਾਨ ਯਹੋਸ਼ੂ ਨੂੰ ਲਿਖਿਆ ਉੱਤਰ ਦਿੰਦਾ ਹੈ ਕਿ सचमुच मैंने इज़राइल के परमेश्वर यहोवा के विरोध पाप किया है और इस प्रकार मैंने किया है। ਹੁਣ ਕੀ ਹੁੰਦਾ ਹੈ ਕਿ ਉਹ ਜਿਹੜੀ ਫਾਸਟਿੰਗ ਦੇ ਵਿੱਚ ਬੈਠਿਆ ਸੀ, ਜਿਹੜੇ ਉਹ ਮਨ ਫਿਰਾਵ ਦੇ ਟਾਈਮ ਦੇ ਵਿੱਚ ਬੈਠਿਆ ਸੀ, ਜਿਹੜਾ ਉਹ ਟੁੱਟਣ ਦੇ ਮਾਹੌਲ ਦੇ ਵਿੱਚ ਬੈਠਿਆ ਸੀ ਯਹੋਸ਼ੂ, ਉਹ ਸਿਰਫ ਇਹੀ ਨਹੀਂ ਸੀਗਾ ਕਿ ਪ੍ਰਭੂ ਕੋਲੋਂ ਪੁੱਛਣਾ ਚਾਹੁੰਦਾ ਸੀ, ਪਰ ਉਹ ਇੱਕ ਮੀਡੀਏਟਰ ਦੇ ਰੂਪ ਦੇ ਵਿੱਚ ਬੈਠਿਆ ਸੀ, ਇੱਕ ਇੰਟਰਸੈਸਰੀ ਵਾਰੀਅਰ ਦੇ ਬਿਹਾਫ ਤੇ ਬੈਠਿਆ ਸੀ, ਜਿਹੜਾ ਕਿ ਪ੍ਰਭੂ ਕੋਲੋਂ ਜਾਣਨਾ ਚਾਹੁੰਦਾ ਸੀ ਉਸ ਰੀਜ਼ਨ ਨੂੰ ਜਿਹਦੇ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰਮੇਸ਼ਵਰ ਦੇ ਲੋਕੋ, ਕਈ ਵਾਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਕਿਸ ਦੇ ਲਈ ਬੈਠੀਏ। ਸਾਨੂੰ ਲੱਗਦਾ ਕਿਸੇ ਹੋਰ ਦੀ ਪ੍ਰੋਬਲਮ ਹੈ ਤਾਂ ਸਾਨੂੰ ਕੀ ਲੈਣਾ ਦੇਣਾ, ਜਾਂ ਸਾਡੀ ਕਲੀਸਿਆ ਚ ਕਿਸੇ ਨੇ ਕੀਤਾ ਆਪਾਂ ਤਾਂ ਨਹੀਂ ਕੀਤਾ, ਉਹ ਚ ਸਾਨੂੰ ਕੀ ਲੈਣਾ ਦੇਣਾ। ਪਰ ਇੱਕ ਚੀਜ਼ ਜਿਹੜੀ ਸਾਨੂੰ ਸਮਝ ਆਉਂਦੀ ਹੈ, ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਅਸੀਂ ਪਰਮੇਸ਼ਵਰ ਦੇ ਲੋਕ ਇੰਟਰਸੈਸ਼ਨ ਵਾਸਤੇ ਬੁਲਾਏ ਗਏ ਹਾਂ ਤਾਂ ਜੋ ਜਿਹੜੀਆਂ ਚੀਜ਼ਾਂ ਦਾ ਬ੍ਰੇਕ ਥਰੂ ਨਹੀਂ ਨਜ਼ਰ ਆਉਂਦਾ, ਜਿਹੜੀਆਂ ਚੀਜ਼ਾਂ ਦਾ ਛੁਟਕਾਰਾ ਨਹੀਂ ਨਜ਼ਰ ਆਉਂਦਾ, ਉਹਨਾਂ ਦੇ ਲਈ ਅਸੀਂ ਘੁਟਨਿਆਂ ਤੇ ਜਾ ਕੇ ਪਰਮੇਸ਼ਵਰ ਕੋਲੋਂ ਉਹਨਾਂ ਦੇ ਆਨਸਰ ਨੂੰ ਰਿਸੀਵ ਕਰੀਏ। ਆਮੀਨ। ਸਿਰਫ ਆਪਣੇ ਲਈ ਨਹੀਂ, ਦੂਸਰਿਆਂ ਵਾਸਤੇ ਵੀ, ਆਪਣੇ ਲਈ ਨਹੀਂ, ਆਪਣੇ ਘਰਾਣੇ ਵਾਸਤੇ ਵੀ, ਸਿਰਫ ਆਪਣੇ ਲਈ ਨਹੀਂ, ਆਪਣੀ ਕਲੀਸਿਆ ਵਾਸਤੇ ਵੀ, ਸਿਰਫ ਆਪਣੇ ਲਈ ਨਹੀਂ, ਉਹਨਾਂ ਲੋਕਾਂ ਵਾਸਤੇ ਵੀ ਜਿਹੜੇ ਪਰਮੇਸ਼ਵਰ ਦੇ ਲੋਕ ਕਹਾਉਂਦੇ ਨੇ। ਸੋ ਇੱਥੇ ਜਦੋਂ
ਪਰਮੇਸ਼ਵਰ ਨੇ ਉਹਨਾਂ ਗੱਲਾਂ ਨੂੰ ਰਿਵੀਲ ਕਰਨਾ ਸ਼ੁਰੂ ਕੀਤਾ ਤੇ ਉਹ ਆਕਾਨ ਦੇ ਕੋਲ ਜਾ ਕੇ ਪੁੱਛਦਾ ਹੈ ਤੇ ਆਕਾਨ ਦੇ ਦਿਲ ਨੂੰ ਵੀ ਪਰਮੇਸ਼ਵਰ ਇਨ ਦ ਮੀਨ ਟਾਈਮ ਹਲੀਮ ਕਰ ਚੁੱਕੇ ਹੁੰਦੇ ਨੇ। ਪਰਮੇਸ਼ਵਰ ਉਹਦੇ ਦਿਲ ਨੂੰ ਤੋੜ ਚੁੱਕੇ ਹੁੰਦੇ ਨੇ ਤੇ ਉਹ ਕਹਿੰਦਾ ਹਾਂ ਮੈਂ ਪਾਪ ਕੀਤਾ ਹੈ। ਪਾਪ ਕਿੱਦਾਂ ਕੀਤਾ ਉਹ ਵੀ ਉਹ ਦੱਸਣ ਨੂੰ ਤਿਆਰ ਹੋ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਲੂਟ ਦੇ ਵਿੱਚੋਂ ਕੀ ਲੈ ਕੇ ਆਇਆ ਹੈ, ਇੱਕ ਸੁੰਦਰ ਓੜਨਾ ਲੈ ਕੇ ਆਇਆ ਤੇ 200 ਸ਼ੇਕਲ ਜਿਹੜੇ ਨੇ ਚਾਂਦੀ ਲੈ ਕੇ ਆਇਆ ਤੇ 50 ਸ਼ੇਕਲ ਸੋਨੇ ਦੀ ਇੱਕ ਇੱਟ ਉਹਨੂੰ ਦਿਖੀ ਤੇ ਉਹ ਚੀਜ਼ਾਂ ਉਹ ਲੈ ਕੇ ਆ ਗਿਆ। ਉਹਦਾ ਲਾਲਚ ਕਰਕੇ ਉਹ ਚੀਜ਼ਾਂ ਚੁੱਕ ਕੇ ਲੈ ਆਇਆ। 21 ਆਇਤ ਦੇ ਵਿੱਚ ਉਹ ਦੱਸਦਾ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਐਕਚੁਅਲੀ ਚੁੱਕ ਕੇ ਲੈ ਕੇ ਆਇਆ ਤੇ ਸਿਰਫ ਉਹ ਚੁੱਕ ਕੇ ਨਹੀਂ ਲੈ ਕੇ ਆਇਆ। ਅੱਗੇ ਪੜੋ ਉਹਨੇ ਕੀ ਕਹਿੰਦਾ ਹੈ, ਉਹ ਕਹਿੰਦਾ ਕਿ ਜਿਹੜਾ ਮੇਰਾ ਟੈਂਟ ਹੈ, ਜਿਹੜਾ ਮੇਰਾ ਕੈਂਪ ਹੈਗਾ, ਉਹਦੀ ਮੈਂ ਧਰਤੀ ਦੇ ਵਿੱਚ ਉਹਦੀ ਮੈਂ ਜਿਹੜੀ ਮਿੱਟੀ ਉਹਨੂੰ ਖੋਦ ਕੇ ਉੱਥੇ ਚੀਜ਼ਾਂ ਲੁਕੋ ਕੇ ਰੱਖੀਆਂ ਹੋਈਆਂ। ਤੁਸੀਂ ਹੁਣ ਇੱਕ ਗੱਲ ਨੋਟ ਕਰੋ ਕਿ ਇੱਕ ਇਨਸਾਨ ਜਿਹਨੇ ਪਾਪ ਕੀਤਾ, ਇੱਕ ਇਨਸਾਨ ਜਿਹਨੇ ਪਾਪ ਕਰਨ ਤੋਂ ਬਾਅਦ ਉਸ ਪਾਪ ਨੂੰ ਲੁਕੋਇਆ ਵੀ, ਉਸ ਦੇ ਪਾਪ ਕਰਨ ਅਤੇ ਲੁਕਾਉਣ ਦੀ ਵਜ੍ਹਾ ਦੇ ਨਾਲ ਪੂਰੇ ਦੇ ਪੂਰੇ ਕੈਂਪ ਨੂੰ, ਪੂਰੇ ਦੇ ਪੂਰੀ ਨੇਸ਼ਨ ਨੂੰ ਹਾਰ ਦਾ ਸਾਹਮਣਾ ਕਰਨਾ। ਹਾਲੇਲੂਇਆ। ਯਾਨੀ ਕਿ ਤੁਸੀਂ ਕੀ ਲੁਕਾਉਂਦੇ ਹੋ ਉਹ ਨਿਰਧਾਰਿਤ ਕਰਦਾ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਅਗਲਾ ਸਟੈਪ ਪਰਮੇਸ਼ਵਰ ਦਾ ਕੀ ਹੋਵੇਗਾ। ਗਲਤੀ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਗਲਤੀਆਂ ਹੋ ਜਾਂਦੀਆਂ ਨੇ, ਪਰ ਗਲਤੀ ਕਰਕੇ, ਗੁਨਾਹ ਕਰਕੇ ਉਸਨੂੰ ਲੁਕਾਉਣਾ, ਉਸਨੂੰ ਕਵਰ ਅਪ ਕਰਨਾ ਉਹ ਪਰਮੇਸ਼ਵਰ ਨੂੰ ਨਹੀਂ ਪਾਉਂਦਾ। ਤੇ ਅੱਗੇ ਅਸੀਂ ਦੇਖਦੇ ਹਾਂ ਸਾਰੇ ਲੋਕਾਂ ਨੂੰ ਪਰਮੇਸ਼ਵਰ ਦੀ ਆਗਿਆ ਪਾ ਕੇ ਉਹਨਾਂ ਸਾਰਿਆਂ ਨੂੰ ਅੱਗ ਦੇ ਵਿੱਚ ਪਹਿਲਾਂ ਉਹਨਾਂ ਤੇ ਪਥਰਾਵ ਕੀਤਾ ਜਾਂਦਾ ਹੈ, ਫਿਰ ਉਸਨੂੰ ਉਸਦੇ ਘਰਾਣੇ ਸਮੇਤ, ਉਹ ਸਾਰੀਆਂ ਚੀਜ਼ਾਂ ਸਮੇਤ ਉਸਨੂੰ ਸਾੜ ਦਿੱਤਾ ਜਾਂਦਾ ਹੈ, ਜਲਾ ਦਿੱਤਾ ਜਾਂਦਾ ਹੈ। ਯਾਨੀ ਕਿ ਇੱਕ ਐਸਾ ਬੰਦਾ ਜਿਹਦਾ ਪੋਟੈਂਸ਼ੀਅਲ ਸੀ ਕਿ ਉਹ ਬਹੁਤ ਕੁਝ ਕਰ ਸਕਦਾ ਸੀ, ਉਹ ਬਹੁਤ ਉੱਚਾ ਉੱਠ ਸਕਦਾ ਸੀ, ਉਹ ਪਰਮੇਸ਼ਵਰ ਦੀ ਪ੍ਰੋਮਿਸਸ ਨੂੰ ਆਪਣੀ ਲਾਈਫ ਦੇ ਵਿੱਚ ਤੇ ਆਪਣੀ ਆਉਣ ਵਾਲੀ ਪੁਸ਼ਤਾਂ ਦੀ ਲਾਈਫ ਦੇ ਵਿੱਚ ਦੇਖ ਸਕਦਾ ਸੀ, ਉਹਨੇ ਇੱਕ ਛੋਟੀ ਜਿਹੀ ਗਲਤੀ, ਇੱਕ ਛੋਟੇ ਜਿਹੇ ਲਾਲਚ, ਇੱਕ ਛੋਟੇ ਜਿਹੇ ਪਾਪ ਕਰਕੇ ਤੇ ਉਸ ਪਾਪ ਨੂੰ ਬਚਾਉਣ ਵਾਸਤੇ, ਛੁਪਾਉਣ ਦੇ ਵਾਸਤੇ ਉਹਨੇ ਆਪਣੇ ਆਪ ਨੂੰ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਨਾਸ਼ ਕਰ ਦਿੱਤਾ। ਹਾਲੇਲੂਇਆ। ਹੁਣ ਇੱਥੇ ਇੱਕ ਚੀਜ਼ ਹੋਰ ਸਾਡੀ ਜਿਹੜੀ ਦੇਖਣ ਵਾਲੀ ਉਹ ਹੈ ਕਿ ਦੇਖੋ ਵਚਨ ਦੱਸਦਾ ਹੈ, ਜਦੋਂ ਅਸੀਂ ਜ਼ਬੂਰਾਂ ਦੀ ਪੋਥੀ 32 ਦਾ 3 ਪੜ੍ਹਦੇ ਹਾਂ, 32 ਦਾ 3 ਪੜ੍ਹਦੇ ਹਾਂ, ਉਸ ਦੇ ਵਿੱਚ ਲਿਖਿਆ ਕਿ ਪਾਪ ਕਰਦਾ ਕੀ ਹੈ? ਪਾਪ ਹੱਡੀਆਂ ਨੂੰ ਗਲਾ ਦਿੰਦਾ ਹੈ। ਸੋ ਜਦੋਂ ਕੋਈ ਇਨਸਾਨ ਪਾਪ ਦੇ ਵਿੱਚ ਰਹਿੰਦਾ ਹੈ, ਪਾਪ ਦੇ ਵਿੱਚ ਜਿਉਂਦਾ ਹੈ, ਪਾਪ ਦੇ ਵਿੱਚ ਫਸਿਆ ਰਹਿੰਦਾ ਹੈ, ਉਹਦੇ ਸਰੀਰ ਦੇ ਵਿੱਚ ਪਾਪ ਦਾ ਕੰਮ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਦੀ ਹੱਡੀਆਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ, ਉਸ ਦੀਆਂ ਹੱਡੀਆਂ ਪਿਘਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਐਂਡ that is the reason why ਜਦੋਂ ਪ੍ਰਭੂ ਯਿਸੂ ਮਸੀਹ ਕੋਲ ਆਉਂਦੇ ਸੀ ਲੋਕੀ ਚੰਗਿਆਈ ਵਾਸਤੇ, ਕਈਆਂ ਨੂੰ ਪਰਮੇਸ਼ਵਰ ਕਹਿੰਦੇ ਸੀ ਕਿ ਉੱਠ ਵੀ ਆਪਣੀ ਖਾਟ ਚੁੱਕ ਤੇ ਚੱਲ ਪਏ, ਕਈਆਂ ਨੂੰ ਕਹਿੰਦੇ ਸੀ ਤੇਰੇ ਪਾਪ ਮਾਫ ਹੋ ਗਏ, ਕਈਆਂ ਨੂੰ ਕਹਿੰਦੇ ਸੀ ਤੇਰੇ ਜਿਹੜੇ ਗੁਨਾਹ ਨੇ ਉਹ ਮੈਂ ਮਾਫ ਕਰਦਾ ਹਾਂ। ਤੇ ਜਦੋਂ ਫਰੀਸੀ ਦੇਖਿਆ ਕਰਦੇ ਸੀ, ਫਰੀਸੀ ਕਹਿੰਦੇ ਸੀ ਕਿ ਕਿਹੋ ਜਿਹਾ ਬੰਦਾ, ਇਹਨੂੰ ਇੰਨੀ ਅਥਾਰਟੀ ਕਿਹਨੇ ਦਿੱਤੀ ਕਿ ਇਹ ਪਾਪ ਵੀ ਮਾਫ ਕਰ ਸਕਦਾ ਹੈ। ਹਾਲੇਲੂਇਆ। ਤੇ ਪਰਮੇਸ਼ਵਰ ਯਿਸੂ ਮਸੀਹ ਜਾਣਦੇ ਸੀ ਕਿ ਜਦੋਂ ਤੱਕ ਇਨਸਾਨ ਦੇ ਪਾਪ ਮਾਫ ਨਹੀਂ ਹੋਣਗੇ, ਉਹ ਬਿਮਾਰੀ ਦੇ ਆਲਮ ਦੇ ਵਿੱਚ ਉਸ ਜਿਹੜੀ ਚੱਕਰ ਜਿਹੜਾ ਚੱਲਦਾ ਜਾਂਦਾ, ਉਹਦਾ ਬਿਮਾਰੀ ਦਾ ਬਾਰ-ਬਾਰ ਆਉਣ ਦਾ, ਬਾਰ-ਬਾਰ ਜਾਣ ਦਾ, ਬਾਰ-ਬਾਰ ਆਉਣ ਦਾ, ਬਾਰ-ਬਾਰ ਜਾਣ ਦਾ, ਉਹ ਚੱਕਰ ਦੇ ਵਿੱਚ ਫਸਿਆ ਰਹੇਗਾ। ਤੇ unless and until that circle is broken, unless and until ਉਹ ਜਿਹੜਾ ਵਿਸ਼ਵ ਸਾਈਕਲ ਹੈ ਪਾਪ ਦਾ, ਜਦ ਤੱਕ ਉਹ ਬ੍ਰੇਕ ਨਹੀਂ ਕੀਤਾ ਜਾਵੇਗਾ ਤਦ ਤੱਕ ਚੰਗਿਆਈ ਨਹੀਂ ਆ ਸਕਦੀ। And there are people in our lives also ਜਿਹੜੇ ਅਸੀਂ ਦੇਖਦੇ ਹਾਂ, ਜਿਹੜਾ ਵੀ ਪਰਮੇਸ਼ਵਰ ਦਾ ਅਭਿਸ਼ੇਕ ਦਾ ਭਰਿਆ ਹੋਇਆ ਦਾਸ ਜਾਂ ਦਾਸੀ ਆਣਗੇ, ਉਹਦੇ ਕੋਲੋਂ ਦੁਆ ਕਰਾਣਗੇ, ਚੰਗਿਆਈ ਪਾ ਲੈਣਗੇ, ਫਿਰ ਥੋੜੇ ਟਾਈਮ ਤੋਂ ਬਾਅਦ ਫਿਰ ਉਦਾਂ ਹੀ ਹੋ ਜਾਣਗੇ। ਕਿਉਂ? ਕਿਉਂਕਿ ਪ੍ਰੋਬਲਮ ਸਿਰਫ ਬਿਮਾਰੀ ਦੀ ਤੇ ਚੰਗਿਆਈ ਦੀ ਨਹੀਂ ਹੈ, ਪ੍ਰੋਬਲਮ ਪਾਪ ਦੀ ਹੈ ਜਿਸ ਨੂੰ ਉਹਨਾਂ ਨੇ ਜੜ ਤੋਂ ਨਹੀਂ ਕੱਢਿਆ। ਤੇ ਜਦ ਤੱਕ ਉਸ ਪਾਪ ਨੂੰ ਜੜ ਤੋਂ ਨਹੀਂ ਕੱਢਿਆ ਜਾਏਗਾ, ਉਹ ਬਾਰ-ਬਾਰ ਬਿਮਾਰੀ ਨੂੰ, ਮੌਤ ਨੂੰ, ਇਹਨਾਂ ਚੀਜ਼ਾਂ ਨੂੰ ਲੈ ਕੇ ਆਏਗਾ ਤੇ ਉਹ ਚੱਕਰ ਵੀ ਖਤਮ ਹੀ ਨਹੀਂ ਹੋ ਸਕੇਗਾ। ਇੱਥੇ ਅਸੀਂ ਆਕਾਨ ਦੀ ਲਾਈਫ ਦੇ ਵਿੱਚ ਵੀ ਦੇਖਦੇ ਹਾਂ ਕਿ ਆਕਾਨ ਨੇ ਇੱਕ ਚੀਜ਼ ਲੁਕੋ ਲਈ ਤੇ ਉਸਨੇ ਉਹ ਜਿਹੜਾ ਪਾਪ ਲੁਕੋ ਲਿਆ, ਉਸ ਦੇ ਕਰਕੇ ਉਸਨੂੰ ਉਸਦੇ ਆਪਣੀ ਜਾਨ ਨੂੰ ਗਵਾ ਕੇ ਉਸਦਾ ਖਾਮਿਆਜ਼ਾ ਭੁਗਤਣਾ ਪਿਆ। ਉਸ ਪਾਪ ਨੂੰ ਲੁਕਾਉਣ ਦੀ ਵਜ੍ਹਾ ਨਾਲ ਪੂਰੀ ਦੀ ਪੂਰੀ ਇਜ਼ਰਾਈਲ ਦੀ ਪ੍ਰਜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ? ਜੇਮਸ 5:16 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਯਾਕੂਬ 5:16 ਦੇ ਵਿੱਚ ਏਦਾਂ ਲਿਖਿਆ ਹੈ ਕਿ ਆਪਣੇ ਪਾਪ ਇੱਕ ਦੂਸਰੇ ਦੇ ਸਾਹਮਣੇ ਮੰਨ ਲਓ।
We have to confess our sins in front of each other. इदा नहीं है कि किसी दे सामने अपने पापा नु मान लिया ते बंदा कहे हाँ हुण तू अपने पाप मेरे सामने मान ले, देखी हुण मैं तेनू ब्लैकमेल किदां करदा। No, it is not the right thing to do. ਤੇ ਜੇ ਕਿਸੇ ਨੇ ਪਾਪ ਤੁਹਾਡੇ ਸਾਹਮਣੇ ਕਨਫੈਸ ਕਰ ਲਏ ਹੈ, ਹੁਣ ਤੁਹਾਡਾ ਐਜ਼ ਅ ਪਰਮੇਸ਼ਵਰ ਦਾ ਜਨ ਹੋਣ ਦਾ ਕੀ ਰਿਸਪੌਂਸਿਬਲ ਏਰੀਆ ਬਣਦਾ ਹੈ ਕਿ ਤੁਸੀਂ ਘੁਟਨਿਆਂ ਤੇ ਜਾਓ, ਤੁਸੀਂ ਪ੍ਰਾਰਥਨਾਵਾਂ ਕਰੋ, ਤੁਸੀਂ ਦੁਆਵਾਂ ਕਰੋ, ਬੰਦਗੀ ਕਰੋ ਤੇ ਪਰਮੇਸ਼ਵਰ ਦੇ ਕੋਲੋਂ ਉਸ ਬੰਦੇ ਦੇ ਲਈ ਮਾਫੀ ਮੰਗੋ ਤਾਂ ਜੋ ਉਹ ਇਸ ਚੱਕਰਵਿਊਹ ਚੋਂ ਬਾਹਰ ਨਿਕਲ ਸਕੇ। ਹਾਲੇਲੂਇਆ। ਸੋ ਇਸ ਕਰਕੇ ਸਾਨੂੰ ਗੱਲ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਜੇ ਆਪਣੀ ਲਾਈਫ ਦੇ ਵਿੱਚ ਕੁਝ ਛੁਪਾਉਂਦੇ ਆ, ਉਹ ਛੁਪਾਉਣ ਵਾਲੀ ਚੀਜ਼ ਕੀ ਹੈ? ਅਕਾਨ ਨੇ ਗਲਤ ਚੀਜ਼ ਛੁਪਾਈ। ਹੁਣ ਦੂਜੇ ਪਾਸੇ ਅਸੀਂ ਇੱਕ ਐਸੀ ਲੇਡੀ ਦੇ ਬਾਰੇ ਪੜ੍ਹਦੇ ਆ ਜਿਸ ਦਾ ਨਾਮ ਸੀ ਰਹਾਬ। ਇਸ ਨੂੰ ਅਸੀਂ ਚੈਪਟਰ 2 ਦੇ ਵਿੱਚ ਪੜ੍ਹ ਸਕਦੇ ਹਾਂ। ਯਹੋਸ਼ੂ ਦੀ ਕਿਤਾਬ 2 ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਰਹਾਬ ਦੇ ਕੋਲ ਉਹ ਲੋਕ ਪਹੁੰਚਦੇ ਨੇ ਜਿਹੜੇ ਸਪਾਈਜ਼ ਹੁੰਦੇ ਨੇ, ਜਿਹੜੇ ਖੂਫੀਆ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਭੇਦ ਲੈਣ ਵਾਸਤੇ ਭੇਜਿਆ ਜਾਂਦਾ ਹੈ ਯਰੀਹੋ ਦਾ। ਉਹ ਲੋਕ ਉੱਥੇ ਪਹੁੰਚਦੇ ਨੇ। ਜਦੋਂ ਉਹ ਪਹੁੰਚਦੇ ਨੇ, ਰਹਾਬ ਕੀ ਕਰਦੀ ਹੈ? ਰਹਾਬ ਉਸ ਗੱਲ ਦੀ ਦੁਹਾਈ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਸਾਨੂੰ ਪਤਾ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ, ਸਾਨੂੰ ਪਤਾ ਹੈ ਕਿ ਪਰਮੇਸ਼ਵਰ ਜਿਹੜੇ ਕੰਮ ਤੁਹਾਡੇ ਜ਼ਿੰਦਗੀਆਂ 'ਚ ਕਰਦੇ ਨੇ, ਤੁਹਾਡੀ ਨੇਸ਼ਨ 'ਚ ਕਰਦੇ ਨੇ, ਉਹ ਨਹੀਂ ਹੋ ਸਕਦੇ ਅਦਰਵਾਈਜ਼। ਯਾਨੀ ਉਹ ਪਰਮੇਸ਼ਵਰ ਨੂੰ ਭਾਵੇਂ ਮੰਨਦੀ ਹੋਵੇ ਕਿ ਨਾ ਮੰਨਦੀ ਹੋਵੇ, ਪਰ ਇਸ ਗੱਲ ਨੂੰ ਮੰਨਦੀ ਸੀ ਕਿ ਜੋ ਕੰਮ ਇਜ਼ਰਾਈਲੀਆਂ ਦੀ ਜ਼ਿੰਦਗੀ 'ਚ ਹੋ ਰਹੇ ਨੇ ਉਹ ਸਿਰਫ ਜਿਉਂਦਾ ਰੱਬ ਹੀ ਕਰ ਸਕਦਾ ਹੈ। ਆਮੀਨ। ਤੇ ਇੱਥੇ ਉਹ ਕੀ ਕਰਦੀ ਹੈ? ਉਹ ਉਹਨਾਂ ਦੋਨਾਂ ਭੇਦੀਆਂ ਨੂੰ ਛੁਪਾ ਲੈਂਦੀ ਹੈ। ਉਹ ਸਿਰਫ ਛੁਪਾਉਂਦੀ ਨਹੀਂ ਹੈ, ਉਹਦੇ ਕੋਲ ਆਪਸ਼ਨ ਵੀ ਹੁੰਦਾ। ਉਹ ਰਾਜਾ ਨੂੰ ਪਤਾ ਲੱਗਦਾ ਹੈ ਕਿ ਭੇਦੀ ਆਏ ਹੈ ਤੇ ਉਹਦੇ ਕੋਲ ਭੇਜੇ ਜਾਂਦੇ ਆ ਕਿ ਜਾ ਕੇ ਲੱਭੋ ਕਿ ਉਹ 2 ਬੰਦੇ ਉਹਦੇ ਘਰ ਨੇ। ਉਹ ਸਿਰਫ ਉਹਨਾਂ ਨੂੰ ਲੁਕਾਉਂਦੀ ਨਹੀਂ ਹੈ, ਬਟ ਸ਼ੀ ਹੈਜ਼ ਅ ਚੋਇਸ ਦੈਟ ਸ਼ੀ ਮੇਕਸ ਕਿ ਉਹਨਾਂ ਨੂੰ ਅੱਗੇ ਰਿਵੀਲ ਨਹੀਂ ਕਰਨੀ। She makes a choice deliberately ਕਿ ਉਹ ਪਰਮੇਸ਼ਵਰ ਦੇ ਉਹਨਾਂ ਲੋਕਾਂ ਨੂੰ ਲੁਕੋਏਗੀ, ਉਹਨਾਂ ਨੂੰ ਬਚਾਏਗੀ ਤਾਂ ਜੋ ਅੱਗੇ ਜਾ ਕੇ ਉਹ ਜਿਹੜੇ ਲੋਕ ਨੇ ਉਹ ਪਰਮੇਸ਼ਵਰ ਦੇ ਚਲਾਏ ਚੱਲ ਸਕਦੇ ਨੇ। ਪਰਮੇਸ਼ਵਰ ਦੇ ਲੋਕੋ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਇਹ ਹੈ ਕਿ ਰਹਾਬ ਇੱਕ ਐਸੀ ਕਲਾਸਿਕ ਐਗਜ਼ਾਮਪਲ ਸਾਡੇ ਸਾਹਮਣੇ ਸੈੱਟ ਕੀਤੀ ਜਾਂਦੀ ਹੈ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਅੱਗੇ ਵਧਦੇ ਆ, ਜਦੋਂ ਅਸੀਂ ਪਰਮੇਸ਼ਵਰ ਦੇ ਚੰਗਿਆਈ ਨੂੰ ਆਪਣੇ ਜੀਵਨ 'ਚ ਛੁਪਾ ਲੈਂਦੇ ਆ ਤੇ ਸਾਡੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਬਚਾਈ ਜਾਂਦੀਆਂ ਨੇ। ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਰਹਾਬ ਫਿਰ ਅੱਗੇ ਜਾ ਕੇ ਉਹਦੀ ਸਲਮਨ ਦੇ ਨਾਲ ਸ਼ਾਦੀ ਹੁੰਦੀ ਹੈ ਤੇ ਸਲਮਨ ਜਿਹੜਾ ਸੀ ਉਹਨਾਂ 2 ਭੇਦੀਆਂ ਚੋਂ ਇੱਕ ਬੰਦਾ ਸੀਗਾ, ਇੱਕ ਭੇਦੀ ਸੀ। ਉਹ ਆਪ ਵੀ ਬਚਦੀ ਹੈ, ਉਹਦਾ ਘਰਾਨਾ ਵੀ ਬਚਾਇਆ ਜਾਂਦਾ ਹੈ। ਉਹਦੀ ਸ਼ਾਦੀ ਸਲਮਾਨ ਦੇ ਨਾਲ ਹੁੰਦੀ ਹੈ। ਉਹਦੇ ਨਾਲ ਸ਼ਾਦੀ ਹੋਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅੱਗੇ ਉਹ ਬੋਆਜ਼ ਦੀ ਮਾਂ ਬਣਦੀ ਹੈ। ਅੱਗੇ ਉਹ ਉਬੇਦ ਜਿਹੜਾ ਹੈ ਉਹ ਅੱਗੇ ਆਉਂਦਾ। ਫਿਰ ਉਬੇਦ ਤੋਂ ਬਾਅਦ ਜੈਸੀ ਆਉਂਦਾ, ਜੈਸੀ ਤੋਂ ਬਾਅਦ ਦਾਊਦ ਆਉਂਦਾ ਹੈ। ਯਾਨੀ ਉਹ ਇੱਕ ਪੀੜ੍ਹੀ ਸ਼ੁਰੂ ਹੋ ਜਾਂਦੀ ਹੈ ਇੱਕ ਐਸੀ ਲੇਡੀ ਤੋਂ, ਇੱਕ ਐਸੀ ਔਰਤ ਤੋਂ ਜਿਹਦਾ ਪ੍ਰੋਫੈਸ਼ਨ ਕੋਈ ਖਾਸ ਮੰਨਿਆ ਹੋਇਆ ਪ੍ਰੋਫੈਸ਼ਨ ਨਹੀਂ ਸੀ, ਜੋ ਕੋਈ ਇੱਕ ਡਿਗਨੀਫਾਈਡ ਲੇਡੀ ਨਹੀਂ ਸੀ, ਕੋਈ ਐਸੀ ਬੰਦੀ ਨਹੀਂ ਸੀ ਜਿਸ ਨੂੰ ਇੱਕ ਬੜੀ ਹਾਈ ਰਿਸਪੈਕਟੇਬਲ ਪੋਜੀਸ਼ਨ 'ਚ ਲਿੱਤਾ ਜਾਵੇ। ਪਰ ਜੋ ਉਸਨੇ ਛੁਪਾ ਲਿਆ ਸੀ, ਜੋ ਉਸਨੇ ਲੁਕੋ ਲਿਆ ਸੀ, ਜਿਸ ਨੂੰ ਉਸਨੇ ਰਿਵੀਲ ਨਹੀਂ ਕੀਤਾ ਸੀ, ਉਸਨੇ ਉਹਦੀ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਬਦਲ ਕੇ ਰੱਖ ਦਿੱਤਾ। ਆਮੇਨ ਆਮੇਨ। ਉਹ ਬਲੱਡ ਲਾਈਨ ਸੀ, ਉਹ ਅੱਗੇ ਜਾ ਕੇ ਇਹ ਬਲੱਡ ਲਾਈਨ ਬਣੀ ਜਿੱਥੋਂ ਅਸੀਂ ਜਾਣਦੇ ਹਾਂ ਕਿ ਰੈਸਟ ਇਜ਼ ਹਿਸਟਰੀ। ਪਰਮੇਸ਼ਵਰ ਯਿਸੂ ਮਸੀਹ ਦੀ ਜਿਹੜੀ ਵੰਸ਼ਾਵਲੀ ਹੈ ਉਹਦੇ ਵਿੱਚ ਸ਼ੀ ਇਜ਼ ਵਨ ਅਮੰਗਸਟ ਦੋਜ਼ ਵੂਮਨ ਜਿਨ੍ਹਾਂ ਦਾ ਨਾਮ ਲਿਖਿਆ ਗਿਆ ਹੈ। ਰਹਾਬ ਦਾ ਨਾਮ ਕੈਟਾਗੋਰੀਕਲੀ ਮੈਂਸ਼ਨ ਕੀਤਾ ਗਿਆ, ਜਿਹੜਾ ਕਿ ਅਸੀਂ ਮਤੀ ਰਚਿਤ ਸੁਸਮਾਚਾਰ ਦੇ ਵਿੱਚ ਵੀ ਪੜ੍ਹਦੇ ਹਾਂ। ਉਹਦੇ ਫਰਸਟ ਚੈਪਟਰ ਦੀ 5 ਆਇਤ ਦੇ ਵਿੱਚ ਰਹਾਬ ਦਾ ਨਾਮ ਲਿਖਿਆ ਹੋਇਆ। ਸੋ ਇਹ ਨਹੀਂ ਮਾਇਨੇ ਰੱਖਦਾ ਕਿ ਤੁਸੀਂ ਕੁਝ ਲੁਕੋ ਰਹੇ ਹੋ, ਪਰ ਇਹ ਮਾਇਨੇ ਰੱਖਦਾ ਤੁਸੀਂ ਕੀ ਲੁਕੋ ਰਹੇ ਹੋ। ਅੱਜ ਜੇ ਲੋਕ ਪਾਪ ਨੂੰ ਲੁਕਾਉਂਦੇ ਨੇ ਤੇ ਉਹ ਪਾਪ ਉਹਨਾਂ ਨੂੰ ਵਿਨਾਸ਼ ਵੱਲ ਲੈ ਕੇ ਜਾਏਗਾ। ਪਰ ਜੇਕਰ ਅਸੀਂ ਪਰਮੇਸ਼ਵਰ ਯਿਸੂ ਮਸੀਹ ਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਿਆ ਹੈ ਤੇ ਅਸੀਂ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਲੁਕਾਉਂਦੇ ਆ, ਤੇ ਜਦੋਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਸਾਡੇ 'ਚ ਲੁਕ ਜਾਂਦਾ ਹੈ ਤੇ ਉਹ ਸਾਨੂੰ ਚਲਾਉਂਦਾ ਹੈ ਤੇ ਸਾਡੇ 'ਚ ਕੰਮ ਕਰਦਾ ਹੈ, ਤਦੋਂ ਦੁਨੀਆ ਦੇ ਵਿੱਚ ਸਿਰਫ ਅਸੀਂ ਨਹੀਂ ਪਰ ਸਾਡਾ ਘਰਾਨਾ ਤੇ ਸਾਡੇ ਲੋਕ ਤੇ ਸਾਡੀ ਕਮਿਊਨਿਟੀ ਤੇ ਸਾਡੀ ਕਲੀਸਿਆ ਸਭ ਲੋਕ ਪਰਮੇਸ਼ਵਰ ਦੇ ਵਿੱਚ ਬਰਕਤ ਨੂੰ ਹਾਸਲ ਕਰਦੇ। ਤੁਸੀਂ ਕੀ ਲੁਕਾਉਂਦੇ ਹੋ? ਕੀ ਤੁਸੀਂ ਚੰਗਿਆਈਆਂ ਨੂੰ ਲੁਕਾਉਂਦੇ ਹੋ? ਕੀ ਤੁਸੀਂ ਬਦਕਾਰੀਆਂ ਨੂੰ ਲੁਕਾਉਂਦੇ ਹੋ? ਕੀ ਤੁਸੀਂ ਚੁਗਲੀਆਂ ਨੂੰ ਲੁਕਾਉਂਦੇ ਹੋ? ਕਿ ਕੀ ਤੁਸੀਂ ਪਰਮੇਸ਼ਵਰ ਨੂੰ ਲੁਕਾਉਂਦੇ ਹੋ? ਤੁਸੀਂ ਕਿਸ ਨੂੰ ਲੁਕਾਉਂਦੇ ਹੋ? ਜੋ ਵੀ ਤੁਸੀਂ ਲੁਕਾਓਗੇ ਤੁਹਾਡੇ ਸਾਹਮਣੇ ਆ ਜਾਏ।
ਰਹਾਬ ਨੇ ਪਰਮੇਸ਼ਵਰ ਦੇ ਲੋਕਾਂ ਨੂੰ ਲੁਕੋਇਆ। ਰਹਾਬ ਨੇ ਉਹਨਾਂ ਚੀਜ਼ਾਂ ਨੂੰ ਹੋਣ ਵਾਸਤੇ ਐਕਸਲਰੇਟ ਕੀਤਾ ਤਾਂ ਜੋ ਪਰਮੇਸ਼ਵਰ ਦਾ ਕੰਮ ਚੰਗੀ ਰੀਤੀ ਨਾਲ ਹੋ ਸਕੇ। ਜਦੋਂ ਪਰਮੇਸ਼ਵਰ ਯਿਸੂ ਮਸੀਹ ਦੇ ਨਾਲ ਸਾਡਾ ਨਿੱਜੀ ਰਿਸ਼ਤਾ ਬਣ ਜਾਂਦਾ ਹੈ, that is because we invite the Lord in our lives। ਜਦੋਂ ਸਾਡੀ ਲਾਈਫ ਦੇ ਵਿੱਚ ਪਰਮੇਸ਼ਵਰ ਆ ਜਾਂਦੇ ਨੇ, he gives us the gift of the Holy Spirit। ਉਹ ਪਰਮੇਸ਼ਵਰ ਸਾਨੂੰ ਆਪਣੇ ਪਵਿੱਤਰ ਆਤਮਾ ਦਾ ਗਿਫਟ ਦਿੰਦੇ ਨੇ, ਤੇ ਜਦੋਂ ਪਰਮੇਸ਼ਵਰ ਦੇ ਗਿਫਟ ਪਵਿੱਤਰ ਆਤਮਾ ਦਾ ਗਿਫਟ ਸਾਡੀ ਲਾਈਫ ਦੇ ਵਿੱਚ ਆ ਜਾਂਦਾ ਹੈ, that is salvation। ਸਾਨੂੰ ਯਾਨੀ ਕਿ ਹੁਣ ਅਸੀਂ ਆਪਣੇ ਪਾਪਾਂ ਦੀ ਮੁਕਤੀ ਪਾ ਚੁੱਕੇ ਹਾਂ। ਬਟ ਜਦੋਂ ਅਸੀਂ ਕਹਿੰਦੇ ਕਿ we need to have a close relationship with the Lord, ਜਦੋਂ ਅਸੀਂ ਕਹਿੰਦੇ ਕਿ ਸਾਨੂੰ ਪਰਮੇਸ਼ਵਰ ਦੇ ਨਾਲ ਇੱਕ ਬੜਾ ਮਜ਼ਬੂਤੀ ਦਾ, ਇੱਕ ਬੜਾ ਕਲੋਜ਼ ਨਾਤਾ ਚਾਹੀਦਾ ਹੈ, ਉਹ ਤਦੋਂ ਹੁੰਦਾ ਜਦੋਂ ਅਸੀਂ ਪਰਮੇਸ਼ਵਰ ਦੇ ਆਤਮਾ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ। ਹੁਣ ਤੁਸੀਂ ਕਹੋਗੇ ਕਿ ਆਪਣੇ ਆਪ ਨੂੰ ਸਰੈਂਡਰ ਕਰਨਾ ਕੀ ਹੋਇਆ ਡਾਕਟਰ ਨੀਤੂ? ਆਪਣੇ ਆਪ ਨੂੰ ਸਰੈਂਡਰ ਕਰਨ ਦਾ ਮਤਲਬ ਹੁੰਦਾ ਹੈ ਕਿ ਆਪਣੇ ਆਪ ਨੂੰ ਹਰ ਜਗ੍ਹਾ ਤੇ ਪਿੱਛੇ ਰੱਖਣਾ ਤੇ ਪਰਮੇਸ਼ਵਰ ਨੂੰ ਹਰ ਜਗ੍ਹਾ ਦੇ ਵਿੱਚ ਅੱਗੇ ਰੱਖਣਾ। ਪਰਮੇਸ਼ਵਰ ਦੀ ਆਗਿਆ ਨੂੰ, ਪਰਮੇਸ਼ਵਰ ਦੀ ਇੱਛਾ ਨੂੰ ਹਰ ਚੀਜ਼ ਅੱਗੇ ਰੱਖਣਾ ਤੇ ਆਪਣੇ ਆਪ ਨੂੰ ਪਿੱਛੇ ਰੱਖਣਾ। ਯਾਨੀ ਕਿ ਇੱਥੇ ਜਦੋਂ ਅਸੀਂ ਪਰਮੇਸ਼ਵਰ ਦੇ ਆਤਮਾ ਦੇ ਵਿੱਚ ਹੋ ਜਾਂਦੇ ਆ ਤੇ ਹੁਣ ਜਿਹੜਾ ਇਹ ਪ੍ਰੋਸੈਸ ਉਹ ਰਿਵਰਸ ਹੋ ਜਾਂਦਾ ਹੈ। ਯਾਨੀ ਜਿਸ ਰਹਾਬ ਨੇ ਉਹਨਾਂ ਖੂਫੀਆ ਲੋਕਾਂ ਨੂੰ ਛੁਪਾਇਆ ਸੀ ਤੇ ਉਸਨੇ ਇਸ ਗੱਲ ਦਾ ਪ੍ਰਗਟੀਕਰਨ ਕੀਤਾ ਕਿ ਮੈਂ ਇਹਨਾਂ ਨੂੰ ਰਿਵੀਲ ਨਹੀਂ ਕਰਾਂਗੀ, ਉਸ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਆਤਮਾ ਨੂੰ ਆਪਣੇ ਵਿੱਚ ਛੁਪਾ ਲੈਂਦੇ ਆ ਤੇ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਨਾਲ ਇੱਕ ਹੋ ਕੇ ਚੱਲਦੇ ਆ, ਇੱਕ ਟਾਈਮ ਆਉਂਦਾ ਕਿ ਪਰਮੇਸ਼ਵਰ ਸਾਨੂੰ ਆਪਣੇ ਵਿੱਚ ਛੁਪਾ ਲੈਂਦੇ ਨੇ ਤੇ ਸਾਡੇ ਅੱਗੇ ਹੋ ਕੇ ਪਰਮੇਸ਼ਵਰ ਹਰ ਚੀਜ਼ ਨੂੰ ਫੇਸ ਕਰਦੇ ਨੇ, ਭਾਵੇਂ ਚੰਗੀਆਂ ਚੀਜ਼ਾਂ ਨੇ, ਭਾਵੇਂ ਸੰਸਾਰ ਦੀਆਂ ਚੀਜ਼ਾਂ ਨੇ, ਭਾਵੇਂ ਸਾਡੀਆਂ ਲੜਾਈਆਂ ਨੇ, ਭਾਵੇਂ ਸਾਡੇ ਖੌਫ ਨੇ, ਉੱਥੇ ਪਰਮੇਸ਼ਵਰ ਅੱਗੇ ਖੜੇ ਹੋ ਜਾਂਦੇ ਨੇ। ਅਸੀਂ ਪਰਮੇਸ਼ਵਰ ਦੇ ਵਿੱਚ ਲੁਕੇ ਹੋਏ ਹੁੰਨੇ ਆ ਤੇ ਜਿੱਥੇ ਅਸੀਂ ਲੁਕੇ ਹੋਏ ਹੁੰਨੇ ਆ ਉਹ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ। ਆਈ ਹੋਪ ਤੁਸੀਂ ਸਮਝ ਗਏ ਇਸ ਗੱਲ ਨੂੰ। ਅੱਜ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਤੁਸੀਂ ਕਿਹਨੂੰ ਲੁਕੋਇਆ ਹੋਇਆ? ਤੁਸੀਂ ਕਿਹਨੂੰ ਲੁਕੋਇਆ ਹੋਇਆ? ਕਿਉਂਕਿ ਜਿਹਨੂੰ ਤੁਸੀਂ ਲੁਕੋਇਆ ਹੋਇਆ ਉਹੀ ਤੁਹਾਡੀ ਲਾਈਫ ਨੂੰ ਬਦਲਣ ਦੇ ਯੋਗ ਹੈ। ਜੇ ਤੁਸੀਂ ਪਾਪ ਨੂੰ ਲੁਕੋਇਆ ਹੋਇਆ ਤੇ ਪਾਪ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਗਾ, ਤੇ ਜੇ ਤੁਸੀਂ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਲੁਕੋਇਆ ਹੋਇਆ ਤੇ ਪਰਮੇਸ਼ਵਰ ਆਉਣ ਵਾਲੇ ਦਿਨਾਂ 'ਚ ਆਪਣੇ ਆਪ 'ਚ ਤੁਹਾਨੂੰ ਲੁਕੋ ਲੇਗਾ ਤਾਂ ਜੋ ਪਰਮੇਸ਼ਵਰ ਤੁਹਾਡੇ ਰਾਹੀਂ ਆਪਣੇ ਕੰਮਾਂ ਨੂੰ ਕਰ ਸਕੇ। ਆਮੀਨ। ਦੇਖੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਮਤੀ ਰਚਿਤ ਸੁਸਮਾਚਾਰ, ਉਹਦੇ ਵਿੱਚ ਮਤੀ ਦੀ ਅੰਜੀਲ, ਉਹਦੇ ਵਿੱਚ ਦੋ ਅਜਿਹੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਘਰ ਬਣਾਏ ਸੀ। ਦੋਹੇ ਬੰਦਿਆਂ ਦੇ ਬਾਰੇ ਜ਼ਿਕਰ ਕੀਤਾ ਗਿਆ। ਇੱਕ ਬੰਦੇ ਨੇ ਜਿਹੜਾ ਘਰ ਬਣਾਇਆ ਸੀ ਉਹਦੀ ਨੀਹਾਂ ਸਟਰੋਂਗ ਨਹੀਂ ਸੀ, ਉਹਦੀ ਜਿਹੜੀ ਫਾਊਂਡੇਸ਼ਨ ਸੀ ਉਹ ਸਟਰੋਂਗ ਨਹੀਂ ਸੀ, ਕਿਉਂਕਿ ਵਚਨ ਦੱਸਦਾ ਹੈ ਕਿ ਉਹਨੇ ਮਿੱਟੀ ਦੇ ਉੱਤੇ ਘਰ ਬਣਾਇਆ। ਏਦਾਂ ਸੀ ਕਿ ਗੱਲ ਤਾਂ ਦੋਹਾਂ ਨੇ ਸੁਣੀ। ਵਚਨ ਇਹ ਨਹੀਂ ਕਹਿੰਦਾ ਕਿ ਉਹ ਬੰਦਾ ਜਿਹੜਾ ਸੀ ਉਹ ਸਿਨਰ ਸੀ ਜਿਹਨੇ ਘਰ ਜਿਹੜਾ ਮਿੱਟੀ ਤੇ ਬਣਾਇਆ, ਉਹ ਬੰਦਾ ਜਿਹੜਾ ਸੀ ਉਹ ਸਹੀ ਬੰਦਾ ਨਹੀਂ ਸੀ, ਪਰ ਵਚਨ ਦੱਸਦਾ ਕਿ ਉਹ ਬੰਦਾ ਫੁਲਿਸ਼ ਬੰਦਾ ਸੀ ਜਿਸ ਨੇ ਆਪਣਾ ਘਰ ਜਿਹੜਾ ਹੈਗਾ ਉਹ ਮਿੱਟੀ ਤੇ ਬਣਾਏ ਤੇ ਉਹਨੇ ਵੀ ਘਰ ਉਹਨੇ ਵੀ ਬਣਾਇਆ, ਰਹਿ ਉਹ ਵੀ ਸਕਦਾ ਸੀ, ਪਰ ਫਰਕ ਕੀ ਸੀ? ਜਿਹੜੇ ਬੰਦੇ ਨੇ ਰੇਤ ਤੇ ਮਿੱਟੀ ਤੇ ਘਰ ਬਣਾਇਆ ਉਹਦੀ ਨੀਂਵ ਸਟਰੋਂਗ ਨਹੀਂ ਸੀ, ਉਹਦੀ ਨੀਂਵ ਨਹੀਂ ਸੀ, ਜਦਕਿ ਨੀਂਵ ਕਿਸੇ ਨੂੰ ਦਿਖਦੀ ਵੀ ਨਹੀਂ। ਅੱਜ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ, ਅਸੀਂ ਬੇਸਮੈਂਟਾਂ 'ਚ ਵੀ ਜੇ ਜਾਂਦੇ ਆ ਤੇ ਬੇਸਮੈਂਟ ਤੋਂ ਥੱਲੇ ਵੀ ਜਿਹੜੀ ਜਗ੍ਹਾ ਹੈ, ਜਿਹੜੀ ਨੀਂਹ ਬਾਹਰ ਬਣੀ ਹੋਈ ਹੈ, ਫਾਊਂਡੇਸ਼ਨ ਲੇ ਕੀਤੀ ਗਈ ਹੈ, ਉਹ ਸ਼ਾਇਦ ਕਿਸੇ ਹੋਰ ਨੂੰ ਦਿਖਾਈ ਨਾ ਦੇਵੇ, ਉਹ ਬਾਹਰੋਂ ਦੇਖਣ ਵਾਲੇ ਬੰਦੇ ਨੂੰ ਦਿਖਾਈ ਨਾ ਦੇਵੇ, ਪਰ ਤੁਸੀਂ ਜਾਣਦੇ ਹੋ ਕਿ ਤੁਸੀਂ ਉਸ ਨੀਂਹ ਦੇ ਵਿੱਚ ਕੀ ਸਟੋਰ ਕੀਤਾ ਹੈ। ਤੁਸੀਂ ਜਾਣਦੇ ਹੋ ਉਸ ਨੀਂਹ ਨੂੰ ਤੁਸੀਂ ਕਿੱਦਾਂ ਮਜ਼ਬੂਤ ਕੀਤਾ ਹੈ। ਉਸ ਤਰ੍ਹਾਂ ਹੀ ਜਿਹੜੇ ਬੰਦੇ ਨੇ ਨੀਂਹ ਤੇ ਟਾਈਮ ਲਗਾਇਆ, ਬੰਦੇ ਨੇ ਸਟਰੋਂਗ ਰੌਕ ਦੇ ਉੱਤੇ ਆਪਣੇ ਘਰ ਨੂੰ ਬਣਾਉਣ ਵਾਸਤੇ, ਪ੍ਰਭੂ ਦੀਆਂ ਗੱਲਾਂ ਨੂੰ ਸੁਣ ਕੇ ਉਹਨਾਂ ਤੇ ਚੱਲਣ ਵਾਸਤੇ, ਉਹਦਾ ਕੀ ਦੱਸਿਆ ਗਿਆ ਹੈ ਕਿ ਉਹ ਅਜਿਹਾ ਬੰਦਾ ਹੈ ਜਿਸ ਨੇ ਆਪਣਾ ਘਰ ਸਟਰੋਂਗ ਰੌਕ ਦੇ ਉੱਤੇ ਬਣਾਇਆ ਤੇ ਜਿਹਦੀ ਨੀਂਹ ਸਟਰੋਂਗ। ਤੇ ਜਦੋਂ ਉਹਨੇ ਨੀਵਾਂ ਬਣਾਈਆਂ ਹੋਣਗੀਆਂ, ਜਦੋਂ ਫਾਊਂਡੇਸ਼ਨ ਲੇ ਕਰਦਾ ਹੋਏਗਾ ਤੇ ਲੋਕੀ ਕਹਿੰਦੇ ਹੋਣਗੇ ਇੰਨੀ ਮਿਹਨਤ ਕਰਨ ਦੀ ਲੋੜ ਕੀ ਹੈ ਭਾਈ, ਤੂੰ ਵੀ ਤੇ ਉਦਾਂ ਹੀ ਚੁੱਕ ਕੇ ਸਿੱਧੀ ਦੀ ਸਿੱਧੀ ਦੁਬਾਰਾ ਕੜੀਆਂ ਕਰ ਸਕਦਾ ਹੈ, ਘਰ ਹੀ ਤੇ ਬਣਾਉਣਾ, ਰਹਿ ਸਕਦਾ ਤੂੰ ਉਹਦੇ ਵਿੱਚ। ਪਰ ਉਹ ਬੰਦਾ ਸਮਝਦਾਰ ਬੰਦਾ ਨਿਕਲਿਆ, ਉਹ ਬੰਦਾ ਇਮਾਨਦਾਰ ਬੰਦਾ ਨਿਕਲਿਆ, ਉਹ ਬੰਦਾ ਫੁਲਿਸ਼ਨੈਸ ਨੂੰ ਨਹੀਂ ਸੀ ਜਾਣਦਾ, ਕਿਉਂਕਿ ਉਹਨੇ ਕੀ ਕੀਤਾ, ਉਹਨੇ ਨੀਹਾਂ ਤੇ ਟਾਈਮ ਲਗਾਇਆ ਇਸ ਗੱਲ ਨੂੰ ਜਾਣਦੇ ਹੋਏ ਕਿ ਕਦੀ ਤਾਂ ਤੂਫਾਨ ਆਏਗਾ, ਕਦੀ ਤਾਂ ਹਨੇਰੀ ਆਏਗੀ, ਕਦੀ ਤਾਂ ਵਰਖਾ ਆਏਗੀ, ਤੇ ਜਦੋਂ ਆਏਗੀ ਮੈਂ ਸਟਰੋਂਗ ਹੋਵਾਂਗਾ, ਮੈਂ ਅੰਦਰ ਬੈਠ ਸ਼ੁਕਰ ਮਨਾ ਸਕਾਂਗਾ ਕਿ ਮੇਰਾ ਘਰ ਢਹੇਗਾ ਨਹੀਂ।
ਪਰਮੇਸ਼ਵਰ ਦਾ Thank you, ਵਚਨ ਜੀ। ਦੱਸਦਾ ਹੈ ਕਿ ਜਿਹੜਾ ਇਨਸਾਨ ਪਰਮੇਸ਼ਵਰ ਦੀਆਂ ਬਾਣੀਆਂ ਨੂੰ, ਗੱਲਾਂ ਨੂੰ, ਵਚਨਾਂ ਨੂੰ ਸੁਣ ਕੇ ਉਹਨਾਂ ਤੇ ਚੱਲਦਾ ਹੈ, ਉਹ ਇੱਕ ਅਜਿਹੇ ਇਨਸਾਨ ਵਾਂਗੂ ਹੈ ਜਿਹਦੀ ਨੀਂਹ ਸਟਰੋਂਗ ਹੈ, ਜਿਹਦੀ ਫਾਊਂਡੇਸ਼ਨ ਸਟਰੋਂਗ ਹੈ। ਤੇ Amen. ਜਿਹੜਾ ਬੰਦਾ Amen. ਗੱਲਾਂ ਨੂੰ ਸੁਣ ਤੇ ਲੈਂਦਾ ਹੈ ਪਰ ਉਹਨਾਂ ਦੇ ਹਿਸਾਬ ਨਾਲ ਚੱਲਦਾ ਨਹੀਂ ਹੈ, ਉਹਨਾਂ ਦੇ ਹਿਸਾਬ ਨਾਲ ਵਰਕ ਨਹੀਂ ਕਰਦਾ, ਉਹਨਾਂ ਨੂੰ ਇੰਪਲਾਈ ਨਹੀਂ ਕਰਦਾ, ਉਹਨਾਂ ਨੂੰ ਕੀ ਕਹਿੰਦੇ, ਉਹਨਾਂ ਦੀ ਐਪਲੀਕੇਸ਼ਨ ਨੂੰ ਨਹੀਂ, ਬੰਦਾ ਫੁਲਿਸ਼ ਬੰਦਾ ਠਹਿਰਦਾ ਹੈ, ਜਿਹਦਾ ਘਰ ਕਦੇ ਵੀ ਨੇਰੀ ਤੂਫਾਨ ਤੇ ਆਉਣ ਤੇ ਢਹਿ ਸਕਦਾ ਹੈ। ਹਾਲੇਲੂਇਆ। Hallelujah. ਜਦੋਂ ਇੱਕ ਵਾਰੀ ਏਦਾਂ ਹੋਇਆ ਕਿ ਇੱਥੇ ਪੰਜਾਬ 'ਚ ਬੜੀ ਨੇਰੀ ਤੂਫਾਨ ਝੱਖੜ ਆਇਆ, ਤੇ ਜਦੋਂ ਬਹੁਤ ਸਾਰੇ ਅਸੀਂ ਦੇਖਿਆ ਕਿ ਵੱਡੇ ਵੱਡੇ ਟਰੀਜ਼ ਵੀ ਜਿਹੜੇ ਸੀ, ਜਿਹੜੇ ਉੱਚੇ ਲੰਬੇ ਟਰੀਜ਼ ਸੀ, ਲੰਬੇ ਟਰੀਜ਼ ਸੀ, ਉਹ ਅਸੀਂ ਉਖੜੇ ਹੋਏ ਵੇਖੇ, ਉਹ ਅਸੀਂ ਡਿੱਗੇ ਹੋਏ ਵੀ ਵੇਖੇ। ਤੇ ਕਈ ਅਜਿਹੇ ਪੇੜ ਸੀ ਕਿ ਜਿਹੜੇ ਦੇਖਣ 'ਚ ਤਾਂ ਉੱਚੇ ਬਹੁਤ ਜ਼ਿਆਦਾ ਲੰਬੇ ਸੀਗੇ, ਬਹੁਤ ਮਜ਼ਬੂਤ ਲੱਗਦੇ ਸੀ, ਪਰ ਉਹਨਾਂ ਦਾ ਰੂਟ ਸਿਸਟਮ ਇੰਨਾ ਜ਼ਿਆਦਾ ਅੰਡਰ ਡਿਵੈਲਪਡ ਸੀ ਤੇ ਇੰਨਾ ਕਮਜ਼ੋਰ ਸੀ ਕਿ ਜਦੋਂ ਹਨੇਰੀ ਆਈ, ਜਦੋਂ ਤੂਫਾਨ ਆਇਆ, ਤੇ ਪੂਰੀ ਤੇ ਪੂਰਾ ਜਿਹੜਾ ਪੇੜ ਹੈ ਉਹੀ ਉਖੜ ਗਿਆ। ਪਰਮੇਸ਼ਵਰ ਦੇ ਲੋਕੋ, ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹਨੀ ਆ ਉਹ ਇਹ ਹੈ ਕਿ ਅਸੀਂ ਅਜਿਹੀ ਬਿਲਡਿੰਗ ਵਾਂਗੂ ਨਾ ਹੋ ਜਾਈਏ, ਅਸੀਂ ਅਜਿਹੇ ਪੇੜਾਂ ਵਾਂਗੂ ਨਾ ਹੋ ਜਾਈਏ ਜਿਹੜੇ ਉੱਪਰੋਂ ਤਾਂ ਬੜੇ ਹਰੇ ਭਰੇ ਲੱਗਣ, ਉੱਪਰੋਂ ਤਾਂ ਬਹੁਤ ਸੋਹਣੇ ਲੱਗਣ, ਸੋਹਣੇ ਸਜਾਏ ਹੋਏ ਲੱਗਣ, ਪਰ ਜਿਨ੍ਹਾਂ ਦੀ ਨੀਹਾਂ ਕਮਜ਼ੋਰ ਹੈ। ਪਰ ਅਸੀਂ ਅਜਿਹੇ ਲੋਕ ਹੋਣੇ ਚਾਹੀਦੇ ਆ ਜਿਹੜੇ ਕਿ ਪਰਮੇਸ਼ਵਰ ਵੱਲੋਂ ਨੀਹਾਂ ਵੀ ਸਟਰੋਂਗ ਨੇ, ਜਿਨ੍ਹਾਂ ਦੀ ਫਾਊਂਡੇਸ਼ਨਸ ਵੀ ਸਟਰੋਂਗ ਨੇ, ਤੇ ਜਿਨ੍ਹਾਂ ਨੇ ਪਰਮੇਸ਼ਵਰ ਦੀ ਗੱਲਾਂ ਨੂੰ, ਪਰਮੇਸ਼ਵਰ ਦੇ ਆਤਮਾ ਨੂੰ, ਪਰਮੇਸ਼ਵਰ ਦੇ ਵਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਛੁਪਾ ਕੇ ਰੱਖਿਆ ਹੋਇਆ ਹੈ, ਤੇ ਜਦੋਂ ਲੋੜ ਪੈਂਦੀ ਹੈ ਉਸ ਨੂੰ ਯੂਜ਼ ਕਰਦੇ ਨੇ। ਅਜਿਹੇ ਬੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਅਤੇ ਦੂਸਰਿਆਂ ਦੀ ਜ਼ਿੰਦਗੀ ਵਾਸਤੇ ਇੱਕ ਵੱਡੀ ਬਰਕਤ ਦਾ ਕਾਰਨ ਬਣਦੇ ਨੇ। ਆਮੇਨ। ਮੈਂ ਇਸ ਵਚਨ ਦੇ ਨਾਲ Amen. ਤੁਹਾਨੂੰ Hallelujah. ਪਰਮੇਸ਼ਵਰ ਦੇ ਵਿੱਚ ਇਨਕਰੇਜ ਕਰਨਾ ਚਾਹੁੰਦੀ ਹਾਂ, Hallelujah. ਇਹੀ ਕਹਿਣਾ Thank you, ਚਾਹੁੰਦੀ ਹਾਂ ਕਿ ਅੱਜ ਦਾ ਵਚਨ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਬਕਾਇਦਾ ਗੱਲ ਜੋ ਤੁਸੀਂ ਜਾਣ ਸਕੋ, ਆਪਣੇ ਆਪ ਨੂੰ ਟਟੋਲ ਸਕੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਨੂੰ ਛੁਪਾਇਆ ਹੋਇਆ ਹੈ, ਕੀ ਪਾਪ ਨੂੰ ਛੁਪਾਇਆ ਹੈ ਜਾਂ ਪਵਿੱਤਰ ਆਤਮਾ ਨੂੰ ਛੁਪਾਇਆ ਹੈ, ਕਿਉਂਕਿ ਜਿਸ ਨੂੰ ਵੀ ਛੁਪਾਇਆ ਹੈ ਉਸ ਦਾ ਅੱਗੇ ਕੀ ਹਸ਼ਰ ਹੋਏਗਾ ਉਹ ਅਸੀਂ ਆਕਾਨ ਤੇ ਰਾਹਾਬ ਦੀ ਜ਼ਿੰਦਗੀ ਤੋਂ ਸਿੱਖ ਰਹੇ ਹਾਂ। ਆਮੀਨ। Amen. Amen. ਆਮੀਨ। ਬਹੁਤ ਅੱਛਾ, ਖੁਦਾ ਤੁਹਾਨੂੰ ਬਰਕਤ ਦੇਵੇ। ਮੈਂ ਸਿਸਟਰ, ਤੁਹਾਡੀਆਂ ਰਿਕੁਐਸਟ ਆਈਆਂ, ਕਾਫੀ ਲੇਡੀਜ਼ ਨੇ, ਬ੍ਰਦਰਾਂ ਨੇ ਵੀ ਰਿਕੁਐਸਟ ਦਿੱਤੀ ਹੈ ਵੀ ਸਾਡੇ ਲਈ ਤੁਸੀਂ ਦੁਆ ਕਰਿਓ। ਮੈਂ ਸਾਰਿਆਂ ਦੇ ਨਾਂ ਲਿਖੇ ਹੋਏ ਆ, ਖੁਦਾ ਜਾਣਦਾ ਦਿਲਾਂ ਤੇ ਗੁਰਦਿਆਂ ਨੂੰ, ਆਪਾਂ ਨੂੰ ਦੱਸਣ ਦੀ ਲੋੜ ਨਹੀਂ ਕੱਲੇ ਕੱਲੇ ਦੇ ਨਾਂ ਤੇ। ਇਸੇ ਕਰਕੇ ਅਸੀਂ ਪੇਪਰ ਅਸੀਂ ਵਿਸ਼ੰਡ ਦੇ ਹੱਥ ਰੱਖ ਕੇ ਸਾਰੀਆਂ ਭੈਣਾਂ ਤੇ ਅਸੀਂ ਤੁਹਾਡੇ ਨਾਲ ਦੁਆ ਕਰਾਂਗੇ। ਇਹਨਾਂ ਸਾਰਿਆਂ ਲਈ ਦੁਆ ਕਰਨਾ ਪਲੀਜ਼ ਹੈ, Amen. ਤੇ ਚਾਹੁੰਦੇ ਵੀ ਸਾਡੇ ਲਈ ਦੁਆ ਕਰੋ। ਕਾਫੀ ਲੋਕ ਸੁਣ ਰਹੇ ਆ ਤੁਹਾਡਾ ਇਸ ਵੇਲੇ ਅਸੀਂ ਬੜੇ ਹੀ ਤੀਨ ਮਨ ਦੇ ਨਾਲ ਤੁਹਾਡੇ ਸਾਹਮਣੇ ਆਨੇ ਮੇਰੇ ਪਰਮੇਸ਼ਵਰ ਪ੍ਰਭੂ ਜੀ। ਸਿਸਟਰ ਰਜ਼ੀਆ ਜੀ ਦੇ ਹੱਥ ਦੇ ਵਿੱਚ ਜਿੰਨੇ ਵੀ ਪੇਪਰ ਦੇ ਉੱਤੇ ਨਾਂ ਨੇ, ਉਹਨਾਂ ਸਾਰਿਆਂ ਨਾਮਾਂ ਨੂੰ, ਉਹਨਾਂ ਸਾਰਿਆਂ ਲੋਕਾਂ ਨੂੰ ਨਾਮ ਬਨਾਮ ਅਸੀਂ ਤੁਹਾਡੇ ਸਾਹਮਣੇ ਰੱਖਦੇ ਪ੍ਰਭੂ ਜੀ। ਤੁਹਾਡੀ ਸੱਚੀ ਵੇਦੀ ਦੇ ਸਾਹਮਣੇ ਇਹਨਾਂ ਸਾਰੀਆਂ ਪ੍ਰੇਅਰ ਰਿਕੁਐਸਟਸ ਨੂੰ ਰੱਖਦੇ ਆ, ਇਹ ਜਾਣਦੇ ਹੋਏ ਕਿ ਖੁਦਾਵੰਦ ਖੁਦਾ ਤੁਸੀਂ ਇੱਕ ਇੱਕ ਦੇ ਸਿਚੁਏਸ਼ਨਸ ਨੂੰ ਜਾਣਨ ਵਾਲੇ ਖੁਦਾ ਹੋ, ਤੁਸੀਂ ਇੱਕ ਇੱਕ ਦੀ ਪਰੇਸ਼ਾਨੀਆਂ ਦਾ ਹੱਲ ਕੱਢਣ ਵਾਲੇ ਪਰਮੇਸ਼ਵਰ ਹੋ, ਤੁਸੀਂ ਯਹੋਵਾ ਨਿਸੀ ਸਾਡਾ ਝੰਡਾ ਉੱਚਾ ਕਰਨ ਵਾਲੇ ਪਰਮੇਸ਼ਵਰ ਹੋ ਮੇਰੇ ਖੁਦਾਵੰਦ ਪ੍ਰਭੂ। ਇਸ ਵੇਲੇ ਅਸੀਂ ਬੜੀ ਹਲੀਮੀ ਦੇ ਨਾਲ, ਬੜੀ ਹੀ ਆਨ ਦੇ ਨਾਲ ਤੁਹਾਡੇ ਸਾਹਮਣੇ ਇਹਨਾਂ ਪ੍ਰਾਰਥਨਾਵਾਂ ਨੂੰ ਰੱਖਦੇ ਹੋਏ, ਜਾਣਦੇ ਹੋਏ ਇਸ ਦੁਆ ਨੂੰ ਕਰਦੇ, ਬੇਨਤੀ ਕਰਦੇ ਆ ਕਿ ਪ੍ਰਭੂ ਤੁਸੀਂ ਇੱਕ ਇੱਕ ਦੀ ਪ੍ਰੋਬਲਮ ਦੇ ਸੋਲੂਸ਼ਨ ਨੂੰ ਦਿਓ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਚੰਗਿਆਈ ਜਿਨ੍ਹਾਂ ਨੂੰ ਚਾਹੀਦੀ ਉਹਨਾਂ ਨੂੰ ਚੰਗਿਆਈ ਦਿਓ, ਜਿਨ੍ਹਾਂ ਨੂੰ ਬ੍ਰੇਕ ਥਰੂ ਚਾਹੀਦੀ ਉਹਨਾਂ ਨੂੰ ਬ੍ਰੇਕ ਥਰੂ ਦਿਓ, ਜਿਨ੍ਹਾਂ ਨੂੰ ਰੈਸਟੋਰੇਸ਼ਨ ਚਾਹੀਦੀ ਉਹਨਾਂ ਨੂੰ ਰੈਸਟੋਰੇਸ਼ਨ ਦਿਓ, ਜਿਨ੍ਹਾਂ ਦੀ ਮੈਰਿਟਲ ਰਿਲੇਸ਼ਨਸ਼ਿਪ ਚੰਗੇ ਹੋਣੇ ਚਾਹੀਦੇ ਉਹਨਾਂ ਦੀ ਰਿਲੇਸ਼ਨਸ਼ਿਪ ਨੂੰ ਠੀਕ ਕਰੋ, ਜਿਨ੍ਹਾਂ ਦੀ ਸ਼ਾਦੀ ਦੀ ਰਿਕੁਐਸਟ ਹੈ ਉਹਨਾਂ ਦੀ ਸ਼ਾਦੀਆਂ ਦੇ ਵਿੱਚ ਪ੍ਰਭੂ ਜੀ ਤੁਸੀਂ ਸਹੀ ਮੈਚ ਨੂੰ ਲਿਆਉਣ ਦੇ ਵਿੱਚ ਮਦਦ ਅਤੇ ਸਹਾਇਤਾ ਕਰੋ, ਜਿਨ੍ਹਾਂ ਦੀ ਕੁੱਖ ਦੇ ਪ੍ਰਭੂ ਜੀ ਨੂੰ ਤੁਸੀਂ ਬਲੈਸ ਕਰਨ ਦੀ ਲੋੜ ਹੈ ਉਹਨਾਂ ਦੀ ਕੁੱਖ ਨੂੰ ਬਲੈਸ ਕਰੋ ਤਾਂ ਜੋ ਖੁਦਾ ਤੁਹਾਡੇ ਰਿਵਾਰਡ ਨੂੰ ਪਾ ਸਕਣ, ਜਿਹੜਾ ਕਿ ਬਲੇਸਿੰਗ ਹੈ ਬੱਚੇ ਦੀ ਬਲੇਸਿੰਗ ਦੇ ਰੂਪ ਦੇ ਵਿੱਚ। ਪ੍ਰਭੂ ਜੀ ਅਸੀਂ ਇਹ ਸਾਰੀਆਂ ਦੁਆਵਾਂ ਨੂੰ ਤੁਹਾਡੇ ਸਾਹਮਣੇ ਬਹੁਤ ਹੀ ਪਿਆਰ ਦੇ ਨਾਲ ਤੇ ਪ੍ਰਭੂ ਜੀ ਵਿਸ਼ਵਾਸ ਦੇ ਨਾਲ ਕਹਿੰਦੇ ਹੋਏ, ਇਸ ਗੱਲ ਨੂੰ ਮੰਨਦੇ ਹੋਏ ਰੱਖਦੇ ਆ ਕਿ ਪਰਮੇਸ਼ਵਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਲਿਆ, ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਕਬੂਲ ਕਰ ਲਿਆ ਹੈ ਤੇ ਪ੍ਰਭੂ ਤੁਸੀਂ ਆਪਣੇ ਆਨਸਰ ਨੂੰ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਰਿਲੀਜ਼ ਕਰ ਦਿੱਤਾ ਹੈ। ਅਸੀਂ ਤੁਹਾਡਾ ਸ਼ੁਕਰ ਕਰਦੇ ਮੇਰੇ ਦਾਤਾ ਕਿ ਤੁਸੀਂ ਪ੍ਰਭੂ ਯਿਸੂ ਇਹਨਾਂ ਪ੍ਰਾਰਥਨਾਵਾਂ ਨੂੰ ਰਿਸੀਵ ਕਰ ਚੁੱਕੇ ਹੋ, ਇਹਨਾਂ ਪ੍ਰਾਰਥਨਾਵਾਂ ਦੇ ਜਵਾਬ ਨੂੰ ਰਿਲੀਜ਼ ਕਰ ਚੁੱਕੇ ਹੋ ਤੇ ਪ੍ਰਭੂ ਜੀ ਬਹੁਤ ਜਲਦ ਹੀ ਅਸੀਂ ਹਾਂ ਤੇ ਆਮੀਨ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਭੂ ਅੱਛਾ ਸੋਲੂਸ਼ਨ ਇਹਨਾਂ ਸਾਰੇ ਭੈਣਾਂ ਤੇ ਭਰਾਵਾਂ ਦੀ ਜ਼ਿੰਦਗੀਆਂ ਦੇ ਵਿੱਚ ਆਉਂਦੇ ਹੋਏ ਵੇਖਾਂਗੇ। ਤੁਹਾਡਾ ਸ਼ੁਕਰ ਕਰਦੇ ਪ੍ਰਭੂ ਜੀ। ਪ੍ਰਭੂ ਜੀ ਮੈਂ ਪੂਰੀ ਦੀ ਪੂਰੀ ਕਲੀਸਿਆ ਵਾਸਤੇ ਵੀ ਦੁਆ ਕਰਦੀ ਹਾਂ, ਸਿਸਟਰ ਰਜ਼ੀਆ, ਸਿਸਟਰ ਸੰਤੋਸ਼, ਉਹਨਾਂ ਦੀ ਪੂਰੀ ਕਲੀਸਿਆ ਵਾਸਤੇ ਵੀ ਦੁਆ ਕਰਦੀ ਹਾਂ, ਆਪਣੀ ਐਮਟੀਮ ਕਲੀਸਿਆ ਵਾਸਤੇ ਵੀ ਦੁਆ ਕਰਦੀ ਹਾਂ ਕਿ ਪ੍ਰਭੂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਡੀ ਇੱਕ ਇੱਕ ਕਲੀਸਿਆ ਦੇ ਮੈਂਬਰ ਨੂੰ
ਪ੍ਰਭੂ ਇੱਕ Hallelujah. ਬਹੁਤ ਹੀ ਮਜ਼ਬੂਤੀ ਦੇ ਨਾਲ Thank you, ਆਪਣੇ Jesus. ਕਲਾਮ ਦੀ ਗਹਿਰਾਈ ਦੇ ਵਿੱਚ ਲੈ ਕੇ ਜਾ ਕੇ ਖੜਿਆ ਕਰੋ, ਮਜ਼ਬੂਤ ਤੇ ਤਗੜਿਆਂ ਕਰੋ, ਤਾਂ ਜੋ ਸਾਡੇ ਸਾਰਿਆਂ ਦੀ ਰੂਟ ਸਿਸਟਮ ਪ੍ਰਭੂ ਹੋਰ ਵੀ ਜ਼ਿਆਦਾ ਡਿਵੈਲਪ ਹੋ ਸਕਣ ਤੇ ਪ੍ਰਭੂ ਫਾਊਂਡੇਸ਼ਨ ਹੋਰ ਵੀ ਸਟਰੋਂਗ ਹੋ ਸਕੇ, ਤਾਂ ਜੋ ਪ੍ਰਭੂ ਤੁਹਾਡੇ ਨੇਕ ਤੇ ਚੰਗੇ Thank ਕੰਮਾਂ ਦੇ you, ਵਿੱਚ ਅੱਗੇ ਵੱਧਦੇ ਹੋਏ ਬੜੀਆਂ ਸਾਰੀਆਂ ਰੂਹਾਂ ਦੇ ਵਿੱਚ ਤੁਹਾਡੀ ਲਾਈਟ ਨੂੰ, ਤੁਹਾਡੀ ਜੋਤੀ ਨੂੰ ਫੈਲਾ ਸਕਣ। ਧੰਨਵਾਦ ਦਿੰਦੇ ਪ੍ਰਭੂ ਨਾਂ ਨੂੰ ਦਿੰਦਿਆਂ ਹੋਇਆ ਪ੍ਰਭੂ ਯਿਸੂ ਦੇ ਜਿਉਂਦੇ ਨਾਮ ਦੇ ਵਿੱਚ ਇਸ ਦੁਆ ਨੂੰ ਮੰਗਦੇ ਹਾਂ, ਆਮੇਨ। Amen. 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 ਸਿਸਟਰ ਖੁਦਾ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਕੰਮਾਂ ਨੂੰ, ਜਿਹੜਾ ਤੁਸੀਂ ਖੁਦਾ ਲਈ ਕੰਮ ਕਰ ਰਹੇ ਆ, ਤੁਹਾਡੀ ਮਿਨਿਸਟਰੀ ਨੂੰ Thank you, ਹੋਰ Jesus. ਬਰਕਤ ਦੇਵੇ। ਬਹੁਤ ਕੁਝ ਅੱਜ ਅਸੀਂ ਸਿੱਖਿਆ, ਬਹੁਤ ਖੁਦਾ ਦਾ ਸ਼ੁਕਰ ਕਰਦੇ ਆ। ਹੋਰ ਵੀ ਜੇ ਕੋਈ ਭੈਣ ਕੋਈ ਕੁਐਸਚਨ ਜਾਂ ਕੋਈ ਗੱਲ ਕਰਨਾ ਚਾਹੁੰਦੀ ਆ, ਦੇਖੋ ਆਪਾਂ ਕਿੰਨੀਆਂ ਗੱਲਾਂ ਸਿੱਖੀਆਂ। ਕਈ ਗੱਲਾਂ ਅਸੀਂ ਕਈ ਵਾਰੀ ਸਾਡੇ ਫੋਰ ਐਗਜ਼ਾਮਪਲ ਬਿਮਾਰੀ ਆ ਜਾਂਦੀ ਹੈ, ਜਿੱਦਾਂ ਕੈਂਸਰ ਹੁੰਦਾ ਆ, ਤੇ ਆਪਾਂ ਦੱਸਦੇ ਹੀ ਨਹੀਂ ਕਿਸੇ ਨੂੰ, ਆਪਣੇ ਆਪ ਦੇ ਵਿੱਚ ਏਦਾਂ ਬਿਮਾਰੀ ਦੇ ਵਿੱਚ ਕਲਪਦੇ ਰਹਿੰਦੇ ਆ। ਵੱਧ ਤੋਂ ਬਿਮਾਰੀ ਵਧੀ ਜਾਂਦੀ ਰਹਿੰਦੀ, ਸ਼ੈਤਾਨ ਦਾ ਮੌਕਾ ਲੱਗਾ ਰਹਿੰਦਾ ਆ ਵੀ ਹੁਣ ਇਹਨੇ ਦੁਆ ਤਾਂ ਕਰਾਉਣੀ ਨਹੀਂ, ਇਹਨੇ ਸ਼ੇਅਰ ਤਾਂ ਕਰਨਾ ਹੀ ਨਹੀਂ ਕਿਸੇ ਦੇ ਨਾਲ, ਤੇ ਉਹ ਵਧਾ ਦਿੰਦਾ ਹੈ ਬਿਮਾਰੀਆਂ ਨੂੰ ਵੀ। ਜਦੋਂ ਆਪਾਂ ਕੋਈ ਵੀ ਆਪਣੀ ਪ੍ਰੋਬਲਮ ਜਾਂ ਬਿਮਾਰੀ ਜਾਂ ਕਿਸੇ ਨੂੰ ਖੁਦਾ ਦੇ ਲੋਕਾਂ ਦੇ ਨਾਲ ਸ਼ੇਅਰ ਕਰਦੇ ਆ, ਦੱਸਦੇ ਆ, ਤਾਂ ਸ਼ੈਤਾਨ ਦੀ ਸ਼ਕਤੀ ਟੁੱਟਦੀ ਆ। ਆਮੇਨ। ਏਦਾਂ ਹੀ ਹੁੰਦਾ ਹੈ ਨਾ। ਤੇ ਇਸ ਕਰਕੇ ਜੇ ਆਪਾਂ ਕੋਈ ਸਵਾਲ ਕਰਨਾ ਚਾਹੁੰਦੇ ਆ ਸਿਸਟਰ ਹੁਣੀ, ਮੈਂ ਪਹਿਲਾਂ ਤਾਂ ਗੱਲ ਮੈਂ ਪੁੱਛਣਾ ਚਾਹੁੰਦੀ ਸਿਸਟਰ ਨੂੰ, ਤੁਹਾਡੇ ਕੋਲ ਟਾਈਮ ਹੈਗਾ ਆ? ਤੇ ਅਸੀਂ ਆਪਣੀ ਜਿੱਦਾਂ ਭੈਣਾਂ ਨੂੰ ਕਹਾਂ ਵੀ ਜੇ ਕੋਈ ਤੁਹਾਡੇ ਕੋਲ ਕੁਝ ਪੁੱਛਣਾ ਚਾਹੁੰਦੀਆਂ ਆ ਜਾਂ ਕੋਈ ਗੱਲਬਾਤ ਕਰਨਾ ਚਾਹੁੰਦੀਆਂ ਆ, ਤੇ ਤੁਸੀਂ ਸਾਨੂੰ ਦੱਸਿਓ ਤੁਹਾਡੇ ਕੋਲ ਟਾਈਮ ਹੈਗਾ। ਮੈਂ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੀ, ਹੋਰ ਵੀ ਜੇ ਤੁਸੀਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਮੈਂ ਇਹਨਾਂ ਨੂੰ ਕਹਾਂ, ਜੇ ਤੁਸੀਂ ਜਾਣਾ ਚਾਹੁੰਦੇ ਆ ਕਰ ਸਕਦੇ ਹੋ। ਅੱਛਾ ਜੀ, ਤੁਸੀਂ ਏਦਾਂ ਕਰ ਸਕਦੇ ਹੋ ਕਿ ਤੁਸੀਂ ਨਾ ਜਿਹੜੇ ਵੀ ਤੁਹਾਡੇ ਕੁਐਸਚਨਸ ਹੁੰਦੇ ਨਾ, ਮਤਲਬ ਜਿੰਨੀਆਂ ਵੀ ਭੈਣਾਂ ਜਿਹੜੀਆਂ ਆਪਣੇ ਪਲੇਟਫਾਰਮ ਤੇ ਨੇ, ਜਿਹੜੇ ਵੀ ਉਹਨਾਂ ਦੇ ਕੁਐਸਚਨਸ ਹੁੰਦੇ ਨੇ, ਤੁਸੀਂ ਉਹ ਕੰਪਾਈਲ ਕਰ ਲਿਆ ਕਰੋ। ਦੀਦੀ ਸੰਤੋਸ਼ ਨੂੰ ਤੁਸੀਂ ਕਹਿ ਦੇਣਾ ਕਿ ਉਹ ਸਾਰੇ ਕੁਐਸਚਨਸ ਲਿਖ ਲਿਆ ਕਰਨ। ਵਾਟ ਵੀ ਕੈਨ ਡੂ ਇਜ਼ ਕਿ ਅਸੀਂ ਜਿਸ ਤਰ੍ਹਾਂ ਮੇਰੇ ਕੋਲ ਮੈਂ 2 ਵਾਰੀ ਤੁਹਾਨੂੰ ਮਿਲਿਆ ਕਰਾਂਗੀ ਹਫਤੇ ਦੇ ਵਿੱਚ, ਤੇ ਇੱਕ ਵਾਰੀ ਜਿਸ ਤਰ੍ਹਾਂ ਅਸੀਂ ਵਚਨ ਸ਼ੇਅਰ ਕਰ ਲਿਆ ਕਰਾਂਗੇ, ਦੂਸਰੀ ਵਾਰੀ ਅਸੀਂ ਉਹਨਾਂ ਕੁਐਸਚਨਸ ਦੇ ਆਨਸਰਸ ਲੈ ਲਿਆ ਕਰਾਂਗੇ। ਹਾਂਜੀ, ਠੀਕ ਹੈ, ਠੀਕ ਹੈ, ਬਹੁਤ ਅੱਛਾ, ਨਾਈਸ ਨਾਈਸ, ਠੀਕ ਹੈ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਸ਼ੁਕਰ ਉਹਦੇ ਨਾਲ ਕਰਦੇ ਇਦਾਂ ਵੀ ਹੋਏਗਾ ਦੀਦੀ ਜੀ, ਇਹਦੇ ਨਾਲ ਇਹ ਵੀ ਹੋ ਜਾਏਗਾ ਕਿ ਜਿਹੜੇ ਵੀ ਕੁਐਸਚਨਸ ਹੈ, ਜੇ ਮੈਨੂੰ ਵੀ ਉਹਦੀ ਤਿਆਰੀ ਦਾ ਟਾਈਮ ਚਾਹੀਦਾ ਹੋਏਗਾ ਜਾਂ ਪਰਮੇਸ਼ਵਰ ਕੋਲੋਂ ਕੋਈ ਸਪੈਸੀਫਿਕਲੀ ਕੁਝ ਹੀਅਰ ਕਰਨ ਦੀ ਲੋੜ ਹੋਏਗੀ, ਤੇ ਮੈਂ ਪ੍ਰਭੂ ਕੋਲੋਂ ਸੁਣ ਕੇ ਤੇ ਉਹਨਾਂ ਚੀਜ਼ਾਂ ਦਾ ਜਵਾਬ ਦੇ ਸਕਾਂਗੀ। ਥੈਂਕ ਯੂ। ਹਾਂ, ਅਸੀਂ ਤਾਂ ਸਾਰੀਆਂ ਸਿੱਧੀਆਂ ਸਾਦੀਆਂ ਔਰ ਜਿੰਨੀਆਂ ਵੀ ਭੈਣਾਂ ਸਾਡੇ ਨਾਲ ਆ, ਬਹੁਤ ਸਿੰਪਲ ਜਿਹੀਆਂ ਆ। ਬਸ ਇਹ ਉਹ ਮੇਰਾ ਖਿਆਲ ਲਾਈਕ ਕਰਦੇ ਆ ਵੀ ਤੁਹਾਡੇ ਨਾਲ ਕੋਈ ਨਾ ਕੋਈ ਗੱਲ ਕਰਦੇ ਰਹੀਏ, ਇਸ ਕਰਕੇ ਮੈਂ ਕਹਿੰਦੀ ਸੀ ਵੀ ਕੋਈ ਪੁੱਛੀਏ। ਕੋਈ ਡਾਕਟਰ ਨੀਤੂ, ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਪਿਛਲੇ ਵੀਕ ਤੁਸੀਂ ਆਏ ਸੀ ਤਾਂ ਪ੍ਰੇਅਰ ਕੀਤੀ ਸੀ, ਜਦੋਂ ਕੋਈ अर्ਲੀ ਡਿਮੈਂਸ਼ੀਆ ਸਟਾਰਟ ਹੋਇਆ ਉਸ ਭਰਾ ਦੇ ਲਈ, ਤੇ ਅਗਲੇ ਦਿਨ ਹੀ ਸਾਨੂੰ 1-2 ਦਿਨਾਂ ਵਿੱਚ ਹੀ ਉਹਨਾਂ ਨੇ ਆਪਣੀ ਗਵਾਹੀ ਦਿੱਤੀ ਸੀਗੀ ਕਿ ਉਹਨਾਂ ਦੇ ਭਰਾ ਨੇ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਆ ਤੇ ਉਹਨਾਂ ਨੂੰ ਦੱਸਿਆ ਕਿ ਤੂੰ ਮੇਰੀ ਆਹ ਭੈਣ ਬੋਲਦੀ ਆ। ਤੇ ਖੁਦਾ ਦਾ ਬਹੁਤ ਸ਼ੁਕਰ ਕਰਦੇ ਆ ਕਿ ਤੁਸੀਂ ਉਸ ਦਿਨ ਬਹੁਤ ਬੋਝ ਨਾਲ ਦੁਆ ਕੀਤੀ ਤੇ ਪ੍ਰਭੂ ਨੇ ਉਸ ਦੁਆ ਨੂੰ ਸੁਣਿਆ ਤੇ ਜਵਾਬ ਦਿੱਤਾ ਹੈ। ਆਮੇਨ, ਆਮੇਨ। ਪ੍ਰਭੂ ਦਾ ਸ਼ੁਕਰ ਹੈ ਜੀ, ਪ੍ਰਭੂ ਦਾ ਬਹੁਤ ਸ਼ੁਕਰ ਹੈ। ਵਾਓ, ਪ੍ਰੇਜ਼ ਗॉड। ਸਿਸਟਰ ਮਰੀਮ ਆ ਸਾਹਮਣੇ, ਇਹਨਾਂ ਦੇ ਵੀ ਹਸਬੰਡ ਨੇ ਖਾਂਦੇ ਪੀਂਦੇ ਨਹੀਂ ਸੀ ਕੁਝ ਵੀ, ਬਹੁਤ ਬਿਮਾਰ ਸੀਗੇ। ਜਦੋਂ ਆਪਾਂ ਸਾਰਿਆਂ ਨੇ ਰਲ ਕੇ ਦੁਆ ਕੀਤੀ, ਉਹ ਜਦੋਂ ਆਪਾਂ ਪੇਪਰ ਦੇ ਉੱਤੇ ਜਿਹੜੀਆਂ ਰਿਕੁਐਸਟ ਲਿਖੀਆਂ ਸੀਗੀਆਂ, ਉਹਨਾਂ ਨੇ ਵੀ ਉਸ ਰਾਤ ਤੋਂ ਖਾਣਾ ਦਾਣਾ ਸ਼ੁਰੂ ਕਰ ਦਿੱਤਾ। ਆਮੇਨ, ਮਰੀਮ ਦਾ ਹਸਬੰਡ ਸੀ, ਵਾਓ, ਪ੍ਰੇਜ਼ ਗॉड। ਪ੍ਰਭੂ ਖੁਦਾ ਨੇ ਬਹੁਤ ਉੱਤਰ ਦਿੱਤੇ। ਸਾਡਾ ਇਹ ਵਿਸ਼ਵਾਸ ਹੁੰਦਾ ਸੀ ਸਿਸਟਰ, ਜਦੋਂ ਅਸੀਂ ਫਾਸਟਿੰਗ ਪ੍ਰੇ ਕਰਦੇ ਆ ਐਵਰੀ ਡੇ, ਮੰਡੇ ਅਸੀਂ ਇਕੱਠੀਆਂ ਹੁੰਦੀਆਂ ਸੀ ਐਵਰੀ ਵੀਕ, ਤੇ ਜਦੋਂ ਇਕੱਠੀਆਂ ਹੋ ਕੇ ਦੁਆ ਕਰਦੀਆਂ ਸੀ ਵਿਸ਼ਵਾਸ ਦੇ ਨਾਲ, ਅਸੀਂ ਜੋ ਵੀ ਦੁਆ ਮੰਗਦੀਆਂ ਸੀ, ਸਾਡਾ ਮੰਡੇ ਤੋਂ ਪਹਿਲਾਂ ਖੁਦਾ ਸਾਨੂੰ ਉੱਤਰ ਦੇ ਦਿੰਦਾ ਸੀਗਾ। ਤੇ ਬਹੁਤ ਖੁਦਾ ਦਾ ਸ਼ੁਕਰ ਕਰਦੇ ਆ, ਇਹੀ ਸਾਡਾ ਵਿਸ਼ਵਾਸ ਹੈ। ਜਦੋਂ ਵੀ ਅਸੀਂ ਦੁਆ ਕਰਦੇ ਆ, ਮੰਗਦੇ ਆ, ਤੇ ਪ੍ਰਭੂ ਯਿਸੂ ਮਸੀਹ ਸੁਣਦਾ ਹੈ। ਆਮੇਨ। ਹਾਂਜੀ, ਆਮੇਨ, ਆਮੇਨ। ਹਾਂਜੀ, ਸਿਸਟਰ ਨੇ ਕੁਝ ਕਹਿਣਾ ਹੈ? ਠੀਕ ਹੈ ਦੀਦੀ, ਫਿਰ ਮੈਂ ਓਕੇ, ਠੀਕ ਹੈ, ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਮਿਲਾਂਗੇ ਫਿਰ ਅਸੀਂ। ਹਾਂਜੀ, ਮੈਨੂੰ ਪਲੀਜ਼ ਤੁਸੀਂ ਇਜਾਜ਼ਤ ਦਿਓ ਤੇ ਹਾਂਜੀ ਜ਼ਰੂਰ, ਜੈਨ ਸਿੰਘ ਵੈਡਨਸਡੇ ਨੂੰ ਮਿਲਾਂਗੇ, ਤੇ ਤੁਸੀਂ ਦੀਦੀ ਸੰਤੋਸ਼ ਨੂੰ ਕੁਐਸਚਨਸ ਵਗੈਰਾ ਲਿਖ ਕੇ ਦੇ ਦੇਣਾ, ਮੈਂ ਫਿਰ ਉਸ ਦੇ ਅਕੋਰਡਿੰਗਲੀ ਤਿਆਰੀ ਕਰਕੇ ਆਵਾਂਗੀ ਫਿਰ ਵੈਡਨਸਡੇ। ਜ਼ਰੂਰ ਜ਼ਰੂਰ ਜ਼ਰੂਰ, ਕੋਈ ਨਹੀਂ, ਬੜੇ ਸਿੰਪਲ ਦੀ ਗੱਲ। ਓਕੇ ਜੀ, ਠੀਕ ਹੈ ਜੀ, ਮੇਰੇ ਵੱਲੋਂ ਸਾਰੀਆਂ ਭੈਣਾਂ ਨੂੰ ਪਰਮੇਸ਼ਵਰ ਯਿਸੂ ਮਸੀਹ ਦੇ ਪਿਆਰ ਭਰਿਆ ਹਾਂਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਡਾਕਟਰ ਨੀਤੂ ਫॉर योर टाइम, ਥੈਂਕ ਯੂ, we see you on Wednesday. ਥੈਂਕ ਯੂ, ਓਕੇ ਜੀ, ਬਾਏ God ਬਾਏ, bless you. ਥੈਂਕ ਯੂ ਜੀ, ਥੈਂਕ ਯੂ, God bless you, bye bye, bye bye. Bye bye.